Tandoori range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਆਮ ਆਦਮੀ ਪਾਰਟੀ ਸਾਂਸਦ ਭਗਵੰਤ ਮਾਨ ਨੇ ਘੇਰੀ ਪੰਜਾਬ ਸਰਕਾਰ। ਕਿਹਾ ਕਿਸਾਨਾਂ ਨਾਲ ਪੰਜਾਬ ਸਰਕਾਰ ਕਰ ਰਹੀ ਹੈ ਧੋਖਾ। ਯੂਥ ਅਕਾਲੀ ਦਲ ਵੱਲੋਂ ਵੀ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ। ਟਿੱਡੀ ਦਲ ਕਾਰਨ ਪੰਜਾਬ ਦੇ ਕਿਸਾਨਾਂ 'ਚ ਵੀ ਡਰ ਦਾ ਮਾਹੌਲ। ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਟਿੱਡੀ ਦਲ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਹੈ ਬਿਲਕੁਲ ਤਿਆਰ। ਬੀਜ ਘੁਟਾਲੇ ਨੂੰ ਲੈ ਕੇ ਰੰਧਾਵਾ ਦੇ ਹੱਕ 'ਚ ਨਿਤਰੇ ਐਮਪੀ ਬਿੱਟੂ। ਅਕਾਲੀ ਆਗੂ ਮਜੀਠੀਆ ਨੂੰ ਦਿੱਤਾ ਚੰਗਾ ਜਵਾਬ। ਪਠਾਨਕੋਟ ਦੇ ਰਹਿਣ ਵਾਲੇ ਪਿਓ ਪੁੱਤ ਨਿਕਲੇ ਕੋਰੋਨਾ ਪੋਜ਼ਿਟਿਵ। ਸੂਬੇ 'ਚ ਹੁਣ ਤੱਕ ਕੁੱਲ ਕੇਸ ਹੋਏ 18। ਤੇ ਹੁਣ ਖਬਰਾਂ ਵਿਸਥਾਰ ਨਾਲ। ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਬੀਜ ਘੁਟਾਲੇ ਤੇ ਸ਼ਰਾਬ ਘੁਟਾਲੇ ਤੇ ਪੰਜਾਬ ਸਰਕਾਰ ਨੂੰ ਘੇਰਨ ਤੋਂ ਬਾਅਦ ਹੁਣ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੇ ਕਈ ਸ਼ਬਦੀ ਵਾਰ ਕੀਤੇ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜੇ ਅਕਾਲੀ ਦਲ ਨੇ ਵਿਰੋਧ ਕਰਨਾ ਹੈ ਤੇ ਇਹ ਬੀਜਾਂ ਦੇ ਘੁਟਾਲਿਆਂ ਦਾ, ਖੇਤੀ ਨਾਲ ਸੰਬੰਧਿਤ ਘੁਟਾਲਿਆਂ ਦਾ, ਤਾਂ ਮੇਰੇ ਖਿਆਲ 'ਚ ਉਹਨਾਂ ਨੂੰ ਤੋਤਾ ਸਿੰਘ ਦੀ ਚੇਅਰਮੈਨੀ ਦੇ ਅੰਦਰ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ। 3.5 ਸਾਲਾਂ 'ਚ ਮੈਨੂੰ ਇਹ ਦੱਸ ਦਿਓ, ਤੁਸੀਂ ਪੰਜਾਬ ਦੇ ਖਜ਼ਾਨੇ 'ਚ ਪੈਸੇ ਲਿਆਉਣ ਵਾਲੀ ਕੋਈ ਫੈਕਟਰੀ ਜਾਂ ਕੋਈ ਪ੍ਰੋਜੈਕਟ ਐਸਾ ਲਾਇਆ ਜਿਹਦੇ ਨਾਲ ਪੰਜਾਬ ਨੂੰ ਫਾਇਦਾ ਹੋਇਆ ਹੋਵੇ? ਵੀ ਉਹ 3 ਮਾਫੀਆਂ ਨਾਲ ਪੰਜਾਬ ਦੇ ਖਜ਼ਾਨੇ 'ਚ ਕਿੰਨੇ ਪੈਸੇ ਆ ਗਏ? ਹੁਣ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਵਾਲਾ ਬੰਦਾ ਵੀ ਆਪਣੇ ਬੇਟੇ ਨੂੰ, ਆਪਣੀ ਬੇਟੀ ਨੂੰ, ਆਪਣੇ ਧੀਆਂ ਪੁੱਤਾਂ ਨੂੰ ਡਾਕਟਰ ਬਣਾਉਣ ਵਾਸਤੇ ਨਹੀਂ ਸੋਚ ਸਕਦਾ। ਪੰਜਾਬ ਸਰਕਾਰ ਇਹਨਾਂ ਦਿਨੀ ਚੌਤਰਫੋਂ ਘਿਰਦੀ ਨਜ਼ਰ ਆ ਰਹੀ ਹੈ। ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਬਾਅਦ ਹੁਣ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੇ ਸਵਾਲਾਂ ਦੀ ਵਰਖਾ ਕਰ ਦਿੱਤੀ ਹੈ। ਮਾਨ ਨੇ ਬਿਜਲੀ ਦੇ ਮੁੱਦੇ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਸਮੇਤ ਆਮ ਜਨਤਾ ਨੂੰ ਧੋਖਾ ਦਿੱਤਾ ਹੈ ਤੇ ਪੰਜਾਬ ਸਰਕਾਰ ਤੇ ਵਰਦਿਆਂ ਮੁੱਖ ਸਕੱਤਰ ਪੰਜਾਬ ਦੇ ਮਾਮਲੇ ਤੇ ਮਾਨ ਨੇ ਕਿਹਾ ਹੈ ਕਿ ਮੁੱਖ ਸਕੱਤਰ ਪੰਜਾਬ ਵੱਲੋਂ 3 ਵਾਰ ਮੁਆਫੀ ਮੰਗਣ ਨਾਲ ਜਿਹੜਾ ਐਕਸਾਈਜ਼ ਵਿਭਾਗ 'ਚ ਘੁਟਾਲਾ ਹੋਇਆ ਹੈ ਉਹ ਵਾਪਸ ਤਾਂ ਨਹੀਂ ਆ ਗਿਆ। ਮਾਨ ਨੇ ਮੈਡੀਕਲ ਕਾਲਜਾਂ ਦੀ 77% ਦੀ ਫੀਸ ਵਧਾਉਣ ਤੇ ਵੀ ਪੰਜਾਬ ਸਰਕਾਰ ਤੇ ਕਈ ਸਵਾਲ ਚੁੱਕੇ ਨੇ ਅਤੇ ਰਾਜਾ ਵੜਿੰਗ ਵੱਲੋਂ ਕੀਤੇ ਟਵੀਟ ਤੇ ਵੀ ਮਾਨ ਨੇ ਕਈ ਸਵਾਲ ਚੁੱਕਦੇ ਹੋਏ ਕਿਹਾ ਕਿ ਹੁਣ ਤੁਹਾਨੂੰ ਆਪਣੇ ਕੀਤੇ ਟਵੀਟਾਂ ਦਾ ਜਵਾਬ ਮਿਲ ਗਿਆ ਹੈ, ਇਸੇ ਕਾਰਨ ਤੁਸੀਂ ਚੁੱਪੀ ਧਾਰ ਲਈ ਹੈ। ਫੇਰ ਇੱਕ ਹਾਸੋ ਨਹੀਂ ਗੱਲ ਹੈ ਕਿ ਡੀਸੀਆਂ ਨੂੰ ਮੰਗ ਪੱਤਰ ਦੇ ਕੇ ਆਏ ਨੇ, ਫਿਰ ਤੋਤਾ ਸਿੰਘ ਕਿਉਂ ਨਹੀਂ ਗਏ ਜੀ ਮੰਗ ਪੱਤਰ ਦੇਣ? ਕਿ ਮੋਗੇ ਡੀਸੀ ਹੈ ਨਹੀਂ ਜਾਂ ਮੋਗੇ ਅਕਾਲੀ ਦਲ ਹੈ ਨਹੀਂ? ਜੇ ਅਕਾਲੀ ਦਲ ਨੇ ਵਿਰੋਧ ਕਰਨਾ ਹੈ ਤੇ ਇਹ ਬੀਜਾਂ ਦੇ ਘੁਟਾਲਿਆਂ ਦਾ, ਖੇਤੀ ਨਾਲ ਸੰਬੰਧਿਤ ਘੁਟਾਲਿਆਂ ਦਾ, ਤਾਂ ਮੇਰੇ ਖਿਆਲ 'ਚ ਉਹਨਾਂ ਨੂੰ ਤੋਤਾ ਸਿੰਘ ਦੀ ਚੇਅਰਮੈਨੀ ਦੇ ਅੰਦਰ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਜਿਹਦੇ ਵਿੱਚ ਮਲੂਕਾ ਸਾਹਿਬ ਵੀ ਹੋਣ, ਮੰਗਲ ਸੰਧੂ ਹੋਵੇ, ਗੁਰਵਿੰਦਰ ਭਾਪਾ ਹੋਵੇ ਤੇ ਆਦੇਸ਼ ਪ੍ਰਤਾਪ ਜੀ ਹੋਣ, ਕਿਉਂਕਿ ਇਹਨਾਂ ਨੂੰ ਖੇਤੀ ਨਾਲ ਸੰਬੰਧਿਤ ਘੁਟਾਲੇ ਕਰਨ ਦਾ ਤਜਰਬਾ ਹੈ। ਇਹ ਜ਼ਿਆਦਾ ਵਧੀਆ ਕੱਢ ਸਕਦੇ ਨੇ ਵੀ ਦੇਖੋ ਅਸੀਂ ਐਂ ਕਰਦੇ ਹੁੰਦੇ, ਤੁਸੀਂ ਐਂ ਕੀਤਾ ਹੋਣਾ, ਠੀਕ ਹੈ ਨਾ? ਕਿਉਂਕਿ 27 ਅਪ੍ਰੈਲ 2015 ਨੂੰ ਜਿਹੜੀ ਸਕਾਰਪੀਓ ਮੋਗੇ ਨੂੰ ਜਾਂਦੀ ਫੜੀ ਗਈ ਸੀ ਬਾਜੇਖਾਨੇ ਦੇ ਨੇੜੇ, ਕੋਟਕਪੂਰੇ ਦੇ ਬਾਜੇਖਾਨੇ ਦੇ ਵਿਚਾਲੇ, ਜਿਹਦੀ 60 ਲੱਖ ਰੁਪਈਆ ਸੀ, ਉਹੀ ਪੈਸਾ ਸੀ ਜਿਹੜਾ ਨਕਲੀ ਪੈਸਟੀਸਾਈਡ ਬਣਾਉਣ ਦੇ ਏਵਜ਼ ਦੇ ਵਿੱਚ ਤੋਤਾ ਸਿੰਘ ਜੀ ਕੋਲ ਜਾ ਰਿਹਾ ਸੀ। ਤੇ ਉਸ ਨਕਲੀ ਪੈਸਟੀਸਾਈਡ ਦੀ ਵਜ੍ਹਾ ਨਾਲ ਚਿੱਟੀ ਮੱਖੀ ਨੇ ਕਾਟਨ ਬੈਲਟ, ਖਾਸ ਤੌਰ ਤੇ ਤਲਵੰਡੀ ਸਾਬੋ ਦੇ ਸਾਡੇ ਐਮਐਲਏ ਬੈਠੇ ਨੇ, ਉਸ ਬੈਲਟ ਦੇ ਵਿੱਚ ਜਿੰਨਾ ਨੁਕਸਾਨ ਕੀਤਾ, ਜਿੰਨੇ ਘਰਾਂ ਦੇ ਵਿੱਚ ਚਿੱਟੇ ਰੰਗ ਦੇ 70 ਵਿਛੇ, ਮੈਂ ਸੁਖਬੀਰ ਬਾਦਲ ਜੀ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਸੋਮ ਪ੍ਰਕਾਸ਼ ਜੀ ਨੂੰ ਤੇ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ, ਉਹਨਾਂ ਨੂੰ, ਹਰਸਿਮਰਤ ਕੌਰ ਜੀ ਨੂੰ ਕਹਿਣਾ, ਆਓ ਅਸੀਂ ਮੂਹਰੇ ਲੱਗਦੇ ਹਾਂ, ਚਲੋ ਆਪਾਂ ਸੈਂਟਰ ਕੋਲੇ ਜਾ ਕੇ ਗੱਲ ਕਰੀਏ ਬਿਜਲੀ ਦੇ ਜਿਹੜੇ ਤੁਸੀਂ ਬਿੱਲ ਆ ਰਹੇ ਹੋ। ਉੱਥੇ ਤਾਂ ਗੱਲ ਨਹੀਂ ਕਰਨੀ, ਉੱਥੇ ਤਾਂ ਹਾਂ ਭਰਨੀ ਹੈ। ਇਹ ਹੁਣ ਉਹ ਨਹੀਂ ਚੱਲਣਾ ਪਹਿਲਾਂ ਵਾਲਾ ਕੰਮ ਵੀ ਬਾਦਲ ਸਾਹਿਬ ਸੰਗਰੂਰ ਕੁਝ ਹੋਰ ਕਹਿ ਜਾਂਦੇ ਸੀ, ਉਸੇ ਦਿਨ ਸ਼ਾਮ ਨੂੰ ਬਰਨਾਲੇ ਕੁਝ ਹੋਰ ਕਹਿ ਜਾਂਦੇ ਸੀ, ਉਸੇ ਦਿਨ ਅੱਗੇ ਮਲੋਟ ਜਾ ਕੇ ਕੁਝ ਹੋਰ ਕਹਿ ਜਾਂਦੇ ਸੀ। ਇਹ ਏਦਾਂ ਹੀ ਨਾ ਪਹਿਲਾਂ ਉੱਤੇ ਕੀਤਾ ਐਨਆਰਸੀ ਤੇ, ਉੱਥੇ ਹੱਕ 'ਚ ਵੋਟਾਂ ਪਾਈਆਂ, ਇੱਥੇ ਆ ਕੇ ਵਿਰੋਧ ਕਰਨ ਲੱਗ ਗਏ ਉਹਦਾ।
ਸੋ ਇਸ ਕਰਕੇ ਇਹ ਜਿਹੜੇ ਲੋਕਾਂ ਨੂੰ ਗਹਿਣੇ ਰੱਖਣ ਦਾ ਜਿਹੜਾ ਇਹਨਾਂ ਦਾ ਪ੍ਰੋਜੈਕਟ ਹੈ, ਇਹ ਦੋਨਾਂ ਦਾ ਰਲਮਾ ਮਿਲਮਾ ਹੈ। ਮੈਂ ਕਾਂਗਰਸ ਸਰਕਾਰ ਤੋਂ ਪੁੱਛਣਾ ਚਾਹੁੰਦਾ, ਕੈਪਟਨ ਸਾਹਿਬ 3.5 ਸਾਲ ਹੋ ਗਏ, ਬੜੇ ਵੱਡੇ ਵਾਅਦੇ ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ ਵੱਡੇ ਵਾਅਦੇ ਤੇ ਨਾਰੇ ਲਾ ਕੇ ਕਾਫੀ ਵਿਦ ਕੈਪਟਨ ਜੇ ਉਹ ਕਰਕੇ ਆਏ ਸੀਗੇ। 3.5 ਸਾਲਾਂ 'ਚ ਮੈਨੂੰ ਇਹ ਦੱਸ ਦਿਓ, ਤੁਸੀਂ ਪੰਜਾਬ ਦੇ ਖਜ਼ਾਨੇ 'ਚ ਪੈਸੇ ਲਿਆਉਣ ਵਾਲੀ ਕੋਈ ਫੈਕਟਰੀ ਜਾਂ ਕੋਈ ਪ੍ਰੋਜੈਕਟ ਐਸਾ ਲਾਇਆ ਜਿਹਦੇ ਨਾਲ ਪੰਜਾਬ ਨੂੰ ਫਾਇਦਾ ਹੋਇਆ ਹੋਵੇ? ਮਾਫੀ ਦੀ ਹੈਟ੍ਰਿਕ ਲੱਗੀ ਹੈ ਚੀਫ ਸੈਕਟਰੀ ਵੱਲੋਂ, 3 ਵਾਰੀ ਕਹਿੰਦੇ ਮਾਫੀ ਮੰਗੀ ਗਈ ਹੈ। ਮੈਂ ਵਿੱਤ ਮੰਤਰੀ ਸਾਹਿਬ ਨੂੰ, ਰਾਜਾ ਵੜਿੰਗ ਜੀ ਨੂੰ, ਚੰਨੀ ਸਾਹਿਬ ਨੂੰ, ਸੁਖਜਿੰਦਰ ਰੰਧਾਵਾ ਜੀ ਨੂੰ, ਸੰਗਤ ਸਿੰਘ ਗਿਲਚੀਆ ਜੀ ਨੂੰ, ਰਾਜਕੁਮਾਰ ਵੇਰਕਾ ਜੀ ਨੂੰ, ਪ੍ਰਗਟ ਸਿੰਘ ਹੋਰਾਂ ਨੂੰ ਸਾਨੂੰ ਪੁੱਛਣਾ ਚਾਹੁੰਦਾ ਵੀ ਉਹ 3 ਮਾਫੀਆਂ ਨਾਲ ਪੰਜਾਬ ਦੇ ਖਜ਼ਾਨੇ 'ਚ ਕਿੰਨੇ ਪੈਸੇ ਆ ਗਏ ਜੀ ਐਕਸਾਈਜ਼ ਦੇ? ਗੱਲ ਤਾਂ ਸ਼ੁਰੂ ਹੋਈ ਸੀ ਘੁਟਾਲੇ ਤੋਂ, ਐਕਸਾਈਜ਼ ਦੇ ਘੁਟਾਲੇ ਤੋਂ, ਖਤਮ ਕਰਤੀ ਮਾਫੀ ਤੇ ਮਾਫੀ ਮੰਗ ਲਈ, ਮਾਮਲਾ ਓਵਰ ਜੀ। ਫਿਰ ਕਿਉਂ ਨਾ ਲੋਕ ਇਹ ਕਹਿਣ ਕਿ ਇਹ ਰਲੇ ਹੋਏ ਨੇ, ਕਿ ਇਹਨਾਂ ਨੇ ਜਿਹੜੀਆਂ ਆਪਦੇ ਹਿੱਸੇ ਵੰਡ ਲਏ ਹੋਣਗੇ। ਮੇਰੇ ਕੋਲੇ ਰਾਜਾ ਵੜਿੰਗ ਦੇ ਟਵੀਟ ਪਏ ਨੇ, ਸਕਰੀਨਸ਼ਾਟ ਲੈ ਲਏ ਸੀ ਮੈਂ, ਕਿਉਂਕਿ ਮੈਨੂੰ ਪਤਾ ਸੀ ਬਾਅਦ 'ਚ ਡਿਲੀਟ ਕਰਨਗੇ, ਸੋ ਉਹ ਕਰ ਵੀ ਦਿੱਤੇ ਗਏ ਨੇ। ਕੀ ਰਾਜਾ ਵੜਿੰਗ ਹੁਣ ਜਵਾਬ ਦੇਣਗੇ ਕਿ ਉਹਨਾਂ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਪੜ੍ਹੇ ਹੋਣਗੇ, ਤੁਸੀਂ ਚਲਾਏ ਵੀ ਸੀਗੇ, ਮੀਡੀਆ ਨੇ ਚਲਾਏ ਵੀ ਸੀਗੇ, ਜਿਨ੍ਹਾਂ ਦੇ ਵਿੱਚੋਂ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦੇਣਾ ਕੁਛ, ਤਾਂ ਉਹਦੇ 'ਚ ਇਹ ਆ ਗਿਆ ਪਹਿਲੇ ਨੰਬਰ ਤੇ, will the Punjab Chief Secretary Mr. Karan Avtar Singh deny that his only son Mr. Harman Singh has had till very recently benami interest in the lease of the Hamira district in Kapurthala district belongs to Jagjit Industries? फिर अगला ट्वीट सीगा, will the Punjab Chief Secretary Mr. Karan Avtar Singh deny that he does not know Mr. Arvind Singla, a Chandigarh based liquor businessman, and one Mr. Chandan, a Jalandhar based businessman, who are 2 of the partners of the firm that has taken over the Hamira distillery? ਇਹ ਰਾਜਾ ਵੜਿੰਗ ਜੀ ਦੇ ਜਿਹੜੇ ਟਵੀਟ ਨੇ 5 ਨੇ। ਕੀ ਇਹਨਾਂ ਦਾ ਜਵਾਬ ਮਿਲ ਗਿਆ ਜੀ ਆਪਣਾ ਰਾਜਾ ਵੜਿੰਗ ਜੀ ਨੂੰ ਚੀਫ ਸੈਕਟਰੀ ਤੋਂ? ਉਹ ਇਹ ਕਲੀਅਰ ਕਰਨ ਕਿ ਇਹਨਾਂ ਨੇ ਜਿਹੜੇ ਟਵਿੱਟਰੀ ਹੋ ਜਾਂਦੇ ਬਾਅਦ ਚ ਉਹਨਾਂ ਨੂੰ ਡਿਲੀਟ ਕਰ ਦਿੰਦੇ ਆ, ਉਹਦਾ ਉਹਨਾਂ ਪੰਜਾਬ ਨੂੰ ਕੀ ਫਾਇਦਾ ਹੋਇਆ ਜੀ? ਜਾਂ ਇਹਨਾਂ ਸਵਾਲਾਂ ਦੇ ਜਵਾਬ ਮਿਲ ਗਏ? ਜੇ ਇਹਨਾਂ ਜਵਾਬ ਮਿਲ ਗਏ ਤਾਂ ਫਿਰ ਮਾਫੀ ਮੰਗਣਗੇ ਰਾਜਾ ਵੜਿੰਗ ਜੀ ਕਿ ਮੈਂ ਗਲਤ ਇਲਜ਼ਾਮ ਲਾਤੇ ਸੀ, ਕਿਉਂਕਿ ਉਹ ਕਹਿੰਦੇ ਜੀ ਤਾਂ ਲਿਖ ਕੇ ਦੇਤਾ ਉਹਨਾਂ ਨੇ ਤਾਂ ਚੀਫ ਸੈਕਟਰੀ ਨੂੰ ਤਾਂ ਕਿ ਮੇਰੇ ਮੁੰਡੇ ਦਾ ਕੋਈ ਬਿਜ਼ਨਸ ਹੀ ਹੈ ਨਹੀਂ। ਮੈਡੀਕਲ ਕਾਲਜਾਂ ਦੀ ਫੀਸ ਵਧਾਤੀ 77%। ਦਿੱਲੀ ਦੇ ਮੇਰੇ ਕੋਲੇ ਡਾਟਾ ਜੀ, 20,000 ਤੋਂ 25,000 ਦੇ ਵਿੱਚ 5 ਸਾਲਾਂ ਦੀ ਫੀਸ ਹੈ ਜੀ ਸਰਕਾਰੀ ਮੈਡੀਕਲ ਕਾਲਜ ਦੀ MBBS ਕਰਨ ਦੀ, 2084 ਸਮਥਿੰਗ ਇੱਕ ਸਾਲ ਦਾ। ਇੱਥੇ ਪਹਿਲਾਂ 4,40,000 ਸੀ ਸਰਕਾਰੀ ਕਾਲਜਾਂ ਦਾ ਜੀ, 77% ਵਧਾ ਕੇ ਉਹਨੂੰ 7,80,000 ਰੁਪਇਆ ਕਰ ਦਿੱਤਾ ਗਿਆ ਜੀ, ਮਤਲਬ 5 ਸਾਲ। ਤੇ ਜਿਹੜੇ ਪ੍ਰਾਈਵੇਟ ਕਾਲਜ ਨੇ ਉਹ 'ਚ 2 ਕੋਟੇ ਹੁੰਦੇ ਨੇ, ਇੱਕ ਸਰਕਾਰੀ ਕੋਟਾ ਹੁੰਦਾ, ਇੱਕ ਮੈਨੇਜਮੈਂਟ ਕੋਟਾ ਹੁੰਦਾ। ਸਰਕਾਰੀ ਕੋਟੇ ਦੀ ਫੀਸ ਪਹਿਲਾਂ 13.5 ਲੱਖ ਸੀ, ਉਹਨੂੰ 18 ਲੱਖ ਕਰ ਦਿੱਤਾ ਗਿਆ, 18,10,000। ਤੇ ਜਿਹੜੀ ਮੈਨੇਜਮੈਂਟ ਕੋਟੇ ਦੀ ਫੀਸ ਸੀ ਉਹ 40 ਲੱਖ ਸੀ, ਉਹਨੂੰ ਵਧਾ ਕੇ 47 ਲੱਖ ਕਰ ਦਿੱਤਾ। ਮਤਲਬ ਗਰੀਬ ਤਾਂ ਛੱਡੋ ਜੀ, ਹੁਣ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਵਾਲਾ ਬੰਦਾ ਵੀ ਆਪਣੇ ਬੇਟੇ ਨੂੰ, ਆਪਣੀ ਬੇਟੀ ਨੂੰ, ਆਪਣੇ ਧੀਆਂ ਪੁੱਤਾਂ ਨੂੰ ਡਾਕਟਰ ਬਣਾਉਣ ਵਾਸਤੇ ਨਹੀਂ ਸੋਚ ਸਕਦਾ। ਇਹ ਵੀ ਮਤਲਬ ਅਮੀਰਾਂ ਦੇ ਹਿੱਸੇ ਆ ਗਿਆ ਕਿ ਇੰਨੇ ਨਾਲ ਕੋਈ ਡੋਨੇਸ਼ਨਾਂ ਵੀ ਹੋਣਗੀਆਂ, ਹੋਰ ਤਾਂ ਫੀਸਾਂ ਨੇ ਇਕੱਲੀਆਂ, ਤੇ ਮਨਪਸੰਦ ਦੇ ਕਾਲਜ ਲੈਣ ਵਾਸਤੇ ਕੁਝ ਹੋਰ ਵੀ ਹਿਡਨ ਜਿਹੜੇ ਚਾਰजेस ਹੋਣਗੇ। ਇਹਦਾ ਵੀ ਸਖਤ ਵਿਰੋਧ ਕਰਦੇ ਆ ਜੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪੰਜਾਬ ਦੀ ਕਾਂਗਰਸ ਸਰਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਲੁਧਿਆਣਾ 'ਚ ਯੂਥ ਅਕਾਲੀ ਦਲ ਵੱਲੋਂ ਬਿਜਲੀ ਦੇ ਬਿੱਲਾਂ, ਸਕੂਲ ਦੀਆਂ ਵਧੀਆਂ ਫੀਸਾਂ ਜਿਹੇ ਮੁੱਦਿਆਂ ਉੱਤੇ ਸਰਕਾਰ ਨੂੰ ਜਗਾਉਣ ਲਈ ਢੋਲ ਵਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਰਾਸ਼ਨ, ਦਵਾਈਆਂ ਵਰਗੀਆਂ ਸਹੂਲਤਾਂ ਦੀ ਆਪੂਰਤੀ NGO ਨੇ ਕਰਨੀ ਹੈ ਤਾਂ ਸਰਕਾਰ ਕਿਸ ਲਈ ਹੈ। ਕਾਂਗਰਸ ਨੇਤਾ ਪ੍ਰਿयंका ਗਾਂਧੀ, ਸੁਨੀਲ ਜਾਖੜ ਦੂਜੀ ਸਰਕਾਰਾਂ ਤੋਂ ਰਿਆਇਤਾਂ ਦੇਣ ਦੀ ਮੰਗ ਕਰ ਰਹੇ ਨੇ, ਪਰ ਇਹਨਾਂ ਦੀ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ। ਅਜਿਹੇ ਵਿੱਚ ਲੋਕ ਹੁਣ ਆਪਣੇ ਗਲੇ ਵਿੱਚ ਪਿਆ ਢੋਲ ਵਜਾ ਰਹੇ ਨੇ। ਗੱਲ ਪਿਆ ਢੋਲ ਵਜਾ ਰਹੇ ਜੀ। ਰਾਸ਼ਨ ਵੰਡਣ NGO, ਲੰਗਰ ਵੰਡੇ NGO, ਦਵਾਈਆਂ ਵੰਡਣ NGO, ਲੋਕਾਂ ਦੀ ਸੇਵਾ ਸੰਭਾਲ ਕਰੇ NGO, ਤੇ ਸਰਕਾਰ ਇੱਥੇ ਉੱਲੀ ਲੱਗੀ ਉਹਨੂੰ ਤੇਲ ਲੈਣ ਵਾਸਤੇ ਰੱਖੀ ਹੋਈ ਆ।
ਤੁਸੀਂ ਇਹ ਦੇਖੋ ਯੂਪੀ ਦੇ ਵਿੱਚ ਪ੍ਰਿੰਕਾ ਗਾਂਧੀ ਜੀ ਕਹਿ ਰਹੇ ਆ ਕਿ ਬਿਜਲੀ ਦੇ ਬਿੱਲ ਮਾਫ ਕਰੋ, ਜਾਖੜ ਸਾਹਿਬ ਕਹਿ ਰਹੇ ਵੀ 10,000 ਸੈਂਟਰ ਸਿਰ ਪਵੇ, ਤੇ ਤੁਹਾਨੂੰ ਉੱਲੀ ਲੱਗੀ, ਤੁਹਾਨੂੰ ਮੌਤ ਪਈ ਪੰਜਾਬ ਦੇ ਵਿੱਚ। ਆਹ ਸ਼ਹੀਦਾਂ ਨੂੰ ਅਸੀਂ ਮੱਥਾ ਟੇਕਿਆ ਤਾਂ ਟੇਕਿਆ ਕਿਉਂਕਿ ਸ਼ਹੀਦਾਂ ਦੀ ਗੱਲ ਯਾਦ ਆ ਰਹੀ, ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੀ। ਇਹ ਕਹਿੰਦੇ ਸੀ ਗੋਰੇ ਗਿਰੇ ਚੱਲ ਜਾਣਗੇ, ਕਾਲੇ ਆ ਜਿਹੜੇ, ਇਹ ਤਾਂ ਅੰਗਰੇਜ਼ਾਂ ਤੋਂ ਵੀ ਮਾੜੇ ਆ ਗਏ, ਸਾਨੂੰ ਹੁਣ ਪਤਾ ਲੱਗ ਰਿਹਾ। ਅਸੀਂ ਅੱਜ ਢੋਲ ਵਜਾ ਰਹੇ, ਗੱਲ ਪੇ ਢੋਲ ਤਾਂ ਵਜਾ ਰਹੇ ਆ, ਢੋਲ ਨਹੀਂ ਕਿਤੇ ਵਜਾਇਆ ਸੀ ਕਿਉਂਕਿ ਇਹ ਸਾਡੇ ਗੱਲ ਪੈ ਗਈ ਕਾਂਗਰਸ ਸਰਕਾਰ ਤੇ ਇਹ ਵਾਇਰਸ ਤੋਂ ਜ਼ਿਆਦਾ ਖਤਰਨਾਕ ਹੈ ਜਿਹੜੀ ਕਰੋਨਾ ਵਾਇਰਸ ਚੱਲ ਰਿਹਾ, ਕਿਉਂਕਿ ਕਦੀ ਬੀਜ ਘੁਟਾਲਾ, ਕਦੀ ਰੇਤ ਘੁਟਾਲਾ, ਕਦੀ ਟਰਮਡੋਲ ਘੁਟਾਲਾ, ਕਦੀ ਕਿਹੜਾ ਘੁਟਾਲਾ, ਕਦੀ ਕਿਹੜਾ ਘੁਟਾਲਾ, ਕਦੀ ਸ਼ਰਾਬ ਮਾਫੀਆ। ਅਸੀਂ ਤੰਗ ਆ ਗਏ ਸਰਕਾਰ ਤੋਂ। ਲੋਕਾਂ ਨੂੰ ਬੇਨਤੀ ਕਰਾਂਗੇ, ਆ ਢੋਲ ਤਾਂ ਖੜਕਾਇਆ ਜਾ ਰਿਹਾ, ਜਦ ਤੱਕ ਸਕੂਲ ਦੀਆਂ ਫੀਸਾਂ, ਲੋਨ ਦੀਆਂ ਫੀਸਾਂ, ਸਕੂਲ ਦੀਆਂ ਕਿਸ਼ਤਾਂ ਜਾਂ ਬਿਜਲੀ ਦੇ ਬਿੱਲ ਜਦ ਤੱਕ ਮਾਫ ਨਹੀਂ ਹੁੰਦੇ ਤਦ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ। ਦੇਖੋ ਲਾਕਡਾਊਨ ਦਾ ਟਾਈਮ ਹੈ, ਅੱਜ ਤੋਂ ਪਹਿਲਾਂ ਕਿਸੇ ਨੇ ਵੀ ਦੇਖਿਆ ਕਿ ਇੰਨੀਆਂ ਰੈਲੀਆਂ ਨਿਕਲ ਰਹੀਆਂ ਕਿ ਜਿਹੜੇ ਬਿਜਲੀ ਦੇ ਬਿੱਲ ਮਾਫ ਕਰੋ, ਸਕੂਲ ਦੀਆਂ ਫੀਸਾਂ ਛੱਡੋ, ਕੋਈ ਰੈਲੀ ਨਹੀਂ ਨਿਕਲੀ। ਕਿਉਂ ਇਹ ਹੁਣ ਕਿਉਂ ਹੋ ਰਿਹਾ? ਕਿਉਂਕਿ ਲਾਕਡਾਊਨ ਸੀ ਜੀ, ਬੰਦ ਸੀ ਸਾਰਾ ਕੁਝ ਤੇ ਇਸ ਕਰਕੇ ਲੋਕਾਂ ਦਾ ਕੰਮ ਨਹੀਂ ਸੀ, ਲੋਕ ਪਰੇਸ਼ਾਨ ਨੇ, ਇਹਨਾਂ ਕੋਲ ਪੈਸੇ ਨਹੀਂ ਹੈਗੇ। ਅੱਜ ਅੱਗੇ ਵੀ ਅਸੀਂ ਪ੍ਰੋਟੈਸਟ ਕੀਤਾ ਸੀ, ਸੀਟੀਆਂ ਵਜਾਈਆਂ ਸੀ, ਲੇਕਿਨ ਸਰਕਾਰ ਨਹੀਂ ਜਾਗੀ। ਫਿਰ ਸਾਨੂੰ ਯਾਦ ਆਇਆ ਕਿ ਲਾਸਟ ਜਦੋਂ ਕੁੰਭਕਰਨ ਸੌ ਜਾਂਦਾ ਸੀ, ਪਹਿਲਾਂ ਦੇ ਟਾਈਮ 'ਚ ਜਿਹੜਾ ਅਸੀਂ ਦੇਖੀ ਸੀ, ਉਦੋਂ ਕੁੰਭਕਰਨ ਸੌ ਜਾਂਦਾ ਸੀ, ਕੀ ਕਰਦੇ ਸੀ ਲੋਕ? ਢੋਲ ਲੈਂਦੇ ਸੀ, ਜ਼ੋਰ-ਜ਼ੋਰ ਦੀ ਪਿੱਟਣਾ ਸ਼ੁਰੂ ਕਰਦੇ ਸੀ ਕਿ ਕੁੰਭਕਰਨ ਜਿਹੜੀ ਨੀਂਦ ਹੈ ਉਹ ਖੁੱਲ ਜਾਵੇ। ਅਸੀਂ ਉਹੀ ਕਰ ਰਹੇ ਹਾਂ। ਸ਼ਾਇਦ ਸਰਕਾਰ ਨੂੰ ਕੁਝ ਸੁਣਾਈ ਦੇਵੇ, ਕੁਝ ਸਮਝੇ ਕਿ ਉਹਨਾਂ ਦੇ ਰਾਜ 'ਚ ਕੀ ਹੋ ਰਿਹਾ, ਲੋਕ ਇੰਨੇ ਦੁਖੀ ਨੇ। ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵਿਰੋਧੀ ਪਾਰਟੀਆਂ ਨੇ ਚੌਤਰਫੋਂ ਘੇਰ ਲਿਆ ਏ ਤੇ ਹੁਣ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਇਸ ਮਾਮਲੇ ਦੇ ਉੱਤੇ ਆਉਣਾ ਲਾਜ਼ਮੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਬਣਦੇ ਨੇ ਇਹਨਾਂ ਮਾਮਲਿਆਂ ਨੂੰ ਲੈ ਕੇ। ਨਿਊਜ਼ ਡੈਸਕ ਤੋਂ ਸਤਵਿੰਦਰ ਰੰਧਾਵਾ ਦੀ ਰਿਪੋਰਟ। ਟਿੱਡੀ ਦਲ ਦੇ ਭਾਰਤ 'ਚ ਦਾਖਲ ਹੋਣ ਕਾਰਨ ਪੰਜਾਬ ਦੇ ਕਿਸਾਨਾਂ 'ਚ ਵੀ ਡਰ ਦਾ ਮਾਹੌਲ ਬਣ ਗਿਆ। ਟਿੱਡੀ ਦਲ ਇੱਕੋ ਵਾਰ 'ਚ ਹਰੇ ਭਰੇ ਖੇਤਾਂ ਨੂੰ ਤਬਾਹ ਕਰ ਦਿੰਦੇ ਨੇ। ਅਜਿਹੇ 'ਚ ਪੰਜਾਬ ਸਰਕਾਰ ਵੱਲੋਂ ਕੀ ਪੁਖਤਾ ਪ੍ਰਬੰਧ ਕੀਤੇ ਗਏ ਹਨ, ਆਓ ਵੇਖਦੇ ਹਾਂ ਇਸ ਖਾਸ ਰਿਪੋਰਟ 'ਚ। ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ, ਇਹ ਟਿੱਡੀਆਂ ਦੇ ਤੂਫਾਨ ਦੀਆਂ ਤਸਵੀਰਾਂ ਨੇ ਜਿਨੇ ਭਾਰਤ 'ਚ ਦਸਤਕ ਦੇ ਦਿੱਤੀ ਹੈ। ਇਹਨਾਂ ਟਿੱਡੀਆਂ ਨੇ ਭਾਰਤ ਦੇ ਕਈ ਇਲਾਕਿਆਂ 'ਚ ਤਬਾਹੀ ਮਚਾਈ ਹੋਈ ਹੈ, ਜਿਵੇਂ ਕਿ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਯੂਪੀ 'ਚ ਟਿੱਡੀਆਂ ਨੇ 50,000 ਹੈਕਟੇਅਰ ਤੋਂ ਜ਼ਿਆਦਾ ਫਸਲ ਖਰਾਬ ਕਰ ਦਿੱਤੀ ਹੈ ਤੇ ਇਹਨਾਂ ਟਿੱਡੀਆਂ ਦਾ ਖਤਰਾ ਪੰਜਾਬ ਦੇ ਕਿਸਾਨਾਂ ਨੂੰ ਸਤਾਉਣ ਲੱਗ ਪਿਆ ਹੈ। ਟਿੱਡੀਆਂ ਦਾ ਅਜਿਹਾ ਹਮਲਾ 27 ਸਾਲ ਬਾਅਦ ਹੋਇਆ ਦੱਸਿਆ ਜਾ ਰਿਹਾ ਹੈ। ਭਾਰਤ 'ਚ ਟਿੱਡੀਆਂ ਦਾ ਹਮਲਾ ਆਮ ਤੌਰ ਤੇ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ 'ਚ ਹੁੰਦਾ ਹੈ। ਪੰਜਾਬ ਸਰਕਾਰ ਟਿੱਡੀ ਦਲ ਦੇ ਹਮਲੇ ਤੋਂ ਬਚਣ ਲਈ ਕਿੰਨੀ ਕੁ ਤਿਆਰ ਹੈ, ਆਓ ਕੈਬਨਿਟ ਮੰਤਰੀ ਪੰਜਾਬ तृप्त राजेंद्र बाजवा तो सुनते हैं। देखो, टिड्डी दल 10-15 साल बाद अक्सर आता रहता है। अब तो साइंस बहुत आगे चली गई है, अब पता चल जाता है भी टिड्डी दल चल रहा है, आ रहा है, इधर को आ रहा है, इधर को जा रहा है। और सरकार पूरी तरह तैयार बैठी है, कम से कम नुकसान हो इसके लिए सारे इंतजाम किए गए हैं। किसी एरियल स्प्रे के लिए हिंदुस्तान से कोई हवाई जहाज़ भी ढूंढा जा रहा कि जो एरियल स्प्रे कर सके। सो पूरी तैयारी हो रही है। मेरा ख्याल है कि टिड्डी को पंजाब में कहीं नुकसान नहीं होने देंगे। सर, जो राजस्थान के लगते 7 जिले हैं, फाजिलका और वहाँ किस तरह के आदेश जो ये देश सरकार पूरी तरह अलर्ट है, डीसी वगैरह सब अलर्ट है, एग्रीकल्चर डिपार्टमेंट पूरा अलर्ट है। सो कहीं नुकसान नहीं होने देंगे। ਜ਼ਿਕਰ ਖਾਸ ਹੈ ਕਿ ਬੇਸ਼ੱਕ ਤ੍ਰਿਪਤ ਰਾਜੇਂਦਰ ਬਾਜਵਾ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਟਿੱਡੀ ਦਲ ਦੇ ਹਮਲੇ ਲਈ ਬਿਲਕੁਲ ਤਿਆਰ ਹੈ, ਪਰ ਪਹਿਲਾਂ ਕੀਤੇ ਫੋਕੇ ਦਾਅਵਿਆਂ ਤੇ ਭਰੋਸਿਆਂ ਕਾਰਨ ਕਿਸਾਨਾਂ ਨੂੰ ਚਿੰਤਾ ਹੋਣੀ ਲਾਜ਼ਮੀ ਹੈ। ਨਿਊਜ਼ ਡੈਸਕ ਤੋਂ ਸਤਵਿੰਦਰ ਰੰਧਾਵਾ ਦੀ ਰਿਪੋਰਟ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਬੀਜ ਘੁਟਾਲੇ 'ਚ ਕਾਂਗਰਸ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿੱਖੇ ਹਮਲੇ ਕਰਨ ਤੋਂ ਬਾਅਦ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੀ ਪਾਰਟੀ ਦੇ ਮੰਤਰੀ ਦੇ ਹੱਕ 'ਚ ਨਿਤਰੇ ਹਨ। ਉਹਨਾਂ ਕਿਹਾ ਹੈ ਕਿ ਸਮੂਹ ਕਾਂਗਰਸ ਪਾਰਟੀ ਉਹਨਾਂ ਨਾਲ ਖੜੀ ਹੈ ਕਿਉਂਕਿ ਉਹ ਸੱਚੇ ਹਨ, ਜਦਕਿ ਅਕਾਲੀ ਝੂਠ ਦਾ ਪ੍ਰਚਾਰ ਕਰ ਰਹੇ ਹਨ। ਐਮਪੀ ਬਿੱਟੂ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਰੰਧਾਵਾ ਵੱਲੋਂ ਹਮੇਸ਼ਾ ਪੰਜਾਬ 'ਚ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਚਿੱਟੇ ਦੀ ਤਸਕਰੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਇਲਾਵਾ ਬਰਗਾੜੀ ਵਿਖੇ 2 ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਅਕਾਲੀਆਂ ਦੀ ਸੱਚਾਈ ਸਾਹਮਣੇ ਲਿਆਂਦੀ ਸੀ ਅਤੇ ਹੁਣ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਆਪਣੀ ਰੰਜਿਸ਼ ਕੱਢ ਰਿਹਾ ਹੈ ਅਤੇ ਚੈਨਲਾਂ ਰਾਹੀਂ ਉੱਚੀ ਆਵਾਜ਼ 'ਚ ਬੋਲ ਕੇ ਸੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੇਖੋ ਪਿਛਲੇ ਦਿਨਾਂ ਦੇ ਵਿੱਚ ਜੋ ਲੁਧਿਆਣੇ ਸੀਟ ਦੀ ਗੱਲ ਕਰਕੇ ਬੜਾ ਵੱਡਾ ਹਮਲਾ ਜਿਹੜਾ ਸੁਖਜਿੰਦਰ ਰੰਧਾਵਾ ਜੀ ਤੇ ਕੀਤਾ ਜਾ ਰਿਹਾ, ਇਹਦੇ ਕਾਰਨ ਕੀ ਨੇ? ਉਹ ਇੱਕ ਐਸਾ ਕਾਂਗਰਸੀ ਪਰਿਵਾਰ ਆ, ਚਾਹੇ ਉਹਨਾਂ ਦੇ ਪਿਤਾ ਜੀ ਚਾਹੇ ਇਹਨਾਂ ਤੱਕ, ਹਮੇਸ਼ਾ ਇਮਾਨਦਾਰੀ ਨਾਲ ਗੱਲ ਕੀਤੀ ਆ। ਉਹ ਇਸ਼ੂ ਕੀ ਆ? ਕੱਲ ਵੀ ਉਹਨਾਂ ਨੇ ਆਰਬਿਟ ਦੀ ਜਿਹੜਾ ਬੱਸਾਂ ਦਾ ਇਸ਼ੂ ਆ ਕੈਬਨਿਟ ਚੱਕਿਆ, ਚਾਹੇ ਉਹ ਹਮੇਸ਼ਾ ਚਿੱਟੇ ਦੀ ਗੱਲ ਕਰਦੇ ਆ, ਜਿਹੜੇ ਸਮੈਕ ਜਾਂ ਜਿਹੜਾ ਪੰਜਾਬ ਦੇ ਵਿੱਚ ਚੱਲਿਆ ਉਹਦੇ ਬਾਰੇ ਹਮੇਸ਼ਾ ਗੱਲ ਕਰਦੇ ਆ ਵੀ ਉਹ ਕੌਣ ਕਰਦਾ ਰਿਹਾ। ਉਹ ਜਲਦੀ ਤੋਂ ਜਲਦੀ ਕੇਸ ਆ ਜਿਹੜੇ ਉਹ ਕੋਰਟ 'ਚ ਖੁੱਲ੍ਹਣ। ਤੇ ਸਭ ਤੋਂ ਵੱਡੀ ਗੱਲ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋ ਬਰਗਾੜੀ ਦੇ ਵਿੱਚ ਉਹਨਾਂ ਦੇ ਅੰਗਾਂ ਦੇ ਨਾਲ ਕੀਤਾ ਗਿਆ, ਜਾਂ ਸਿੱਖ ਨੌਜਵਾਨ ਦੋ ਜਿਹੜੇ ਮਾਰੇ ਗਏ, ਉਹਨਾਂ ਦੇ ਕੇਸ ਬਾਰੇ ਹਮੇਸ਼ਾ ਸੁਖਜਿੰਦਰ ਰੰਧਾਵਾ ਜੀ ਨੇ ਅੱਗੇ ਆ ਕੇ ਗੱਲ ਚੱਕੀ ਆ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਗੁੱਸਾ, ਉਹ ਰੰਜਿਸ਼ ਆ ਜਿਹੜੀ, ਉਹ ਸਾਡੇ ਮਜੀਠੀਆ ਸਾਹਿਬ ਦੇ ਵਿੱਚ ਉਹ ਕਿਤੇ ਨਾ ਕਿਤੇ ਉਸ ਗੱਲ ਦਾ ਗਿਲਾ ਹੈ, ਗੁੱਸਾ ਹੈ। ਤੇ ਜਿਹੜੀਆਂ ਬਾਰ-ਬਾਰ ਉਹ ਪ੍ਰੈਸ ਕਾਨਫਰੰਸ ਆ ਜਿਹੜੀ ਮਜੀਠੀਆ ਸਾਹਿਬ ਕਰਦੇ ਆ, ਮੈਂ ਸਮਝਦਾ ਇੱਕ ਮਾਹੌਲ ਦੇ ਵਿੱਚ ਇਹ ਪੁਰਾਣਾ ਵੀ ਸਾਡੇ ਮੰਤਰੀ ਨੇ ਤਾਂ ਕਹਿ ਹੀ ਦਿੱਤਾ ਵੀ ਮੇਰੀ ਇਨਕੁਆਇਰੀ ਹੈ ਜਿਹੜੀ ਕੈਬਨਿਟ 'ਚ ਕਹਿਤਾ ਵੀ ਕਰਵਾਈ। ਕੋਰੋਨਾ ਮਹਾਮਾਰੀ ਕਾਰਨ ਦੇਸ਼ 'ਚ ਜਾਰੀ 2.5 ਮਹੀਨੇ ਤੋਂ ਲਾਕਡਾਊਨ ਕਾਰਨ ਬੰਦ ਕੀਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਮੰਗ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸੋਸ਼ਲ ਡਿਸਟੈਂਸਿੰਗ ਲਈ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਵੱਲੋਂ ਧਿਆਨ ਰੱਖਣਾ ਜ਼ਰੂਰੀ ਹੋਵੇਗਾ। 4-5 ਦਿਨ ਹੋ ਗਏ ਅਮਰੀਕਾ ਦੇ ਰਾਸ਼ਟਰਪਤੀ ਦਾ ਮੈਂ ਬਿਆਨ ਪੜ੍ਹਿਆ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਧਾਰਮਿਕ ਸਥਾਨ ਹੈ ਇਹ ਵੀ ਖੋਲ੍ਹੇ ਜਾਣੇ ਚਾਹੀਦੇ, ਕਿਉਂਕਿ ਇਹ ਵੀ ਜ਼ਰੂਰੀ ਸੇਵਾਵਾਂ ਦੇ ਵਿੱਚ ਸ਼ਾਮਲ ਹੈ। ਤੇ ਹਿੰਦੁਸਤਾਨ ਤਾਂ ਹੈ ਹੀ ਰਿਸ਼ੀ ਮੁਨੀਆਂ ਤੇ ਧਰਮ ਦਾ ਦੇਸ਼ ਹੈ, ਤੇ ਇੱਥੇ ਵੀ ਧਾਰਮਿਕ ਸਥਾਨ ਜਿਹੜੇ ਆ ਸਾਰੇ ਖੋਲ੍ਹਣੇ ਚਾਹੀਦੇ ਆ। ਕਿਸੇ ਕਿਸਮ ਦੀ ਸ਼ਰਧਾਲੂ ਨੂੰ ਜਿਹੜਾ ਦਿੱਕਤ ਨਹੀਂ ਹੋਣੀ ਚਾਹੀਦੀ। ਹਾਂ, ਸੋਸ਼ਲ ਡਿਸਟੈਂਸਿੰਗ ਜਿਹੜਾ ਉਹ ਧਾਰਮਿਕ ਸਥਾਨ ਚਲਾਉਣ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਪਰ ਇਹਨਾਂ ਨੂੰ ਆਗਿਆ ਮਿਲਣੀ ਚਾਹੀਦੀ ਹੈ ਸਰਕਾਰ ਵੱਲੋਂ। ਕੁਝ ਸੰਗਤਾਂ ਪਾਕਿਸਤਾਨ ਫਸੀਆਂ ਹੋਈਆਂ ਨੇ, ਇੱਥੋਂ ਪਾਕਿਸਤਾਨ ਜਿਹੜੇ ਲੋਕ ਸੀਗੇ ਉਹ ਤਾਂ ਜਾ ਰਹੇ ਨੇ, ਉੱਥੋਂ ਨਹੀਂ ਆ ਪਾ ਰਹੇ ਲੋਕ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਫਸੇ ਆ ਜਾਂ ਅਫਗਾਨਿਸਤਾਨ 'ਚ ਫਸੇ ਆ ਜਾਂ ਜਿੱਥੇ ਵੀ ਹੋਰ ਮੁਲਕਾਂ 'ਚ ਫਸੇ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਲੈ ਕੇ ਆਵੇ। ਸਰ, ਜਿਹੜਾ ਘੱਲੂਘਾਰਾ ਦਿਵਸ ਮਨਾਉਣ ਜਾ ਰਹੇ ਉਹਦੇ ਬਾਰੇ ਇਕੱਠ ਕਾਫੀ ਜ਼ਿਆਦਾ ਹੁੰਦਾ ਹੈ, ਉਹਦੇ ਬਾਰੇ ਕੋਈ ਫੈਸਲਾ ਲਿਆ? ਅਜੇ ਹਿੰਦੁਸਤਾਨ ਸਰਕਾਰ ਅਗਲੇ ਲਾਕਡਾਊਨ ਬਾਰੇ ਕੀ ਫੈਸਲਾ ਲੈਂਦੀ ਹੈ ਉਸ ਤੋਂ ਬਾਅਦ। ਪਠਾਨਕੋਟ ਦੇ ਵਿੱਚ 2 ਕੋਰੋਨਾ ਪੋਜ਼ਿਟਿਵ ਨਵੇਂ ਕੇਸ ਸਾਹਮਣੇ ਆਏ ਨੇ ਅਤੇ ਹੁਣ ਟੋਟਲ ਐਕਟਿਵ ਕੇਸ 18 ਹੋ ਗਏ ਨੇ। ਇਹ 2 ਕੇਸ ਪਿਓ ਪੁੱਤ ਹਨ ਜੋ ਕਿ ਪਠਾਨਕੋਟ ਦੀ ਸਿਲਵਰ ਅਸਟੇਟ ਸਿਆਲੀ ਕੁਲੀਆ ਦੇ ਕੋਲ ਰਹਿਣ ਵਾਲੇ ਹਨ ਅਤੇ ਕਿਸੇ ਕੰਮ ਤੋਂ ਜਲੰਧਰ ਗਏ ਸਨ। ਉੱਥੇ ਹੀ ਜਾ ਕੇ ਪਿਤਾ ਨੂੰ ਥੋੜੀ ਦਿੱਕਤ ਹੋਈ, ਜਿਸ ਦੇ ਬਾਅਦ ਉਹਨਾਂ ਦੇ ਕਰੋਨਾ ਦੇ ਟੈਸਟ ਕੀਤੇ ਗਏ ਅਤੇ ਦੋਨੋਂ ਪਿਓ ਪੁੱਤ ਦੇ ਟੈਸਟ ਕਰੋਨਾ ਪੋਜ਼ਿਟਿਵ ਆਏ ਹਨ, ਜਿਨ੍ਹਾਂ ਦਾ ਇਲਾਜ ਜਲੰਧਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਅੱਜ ਸਾਡੇ ਪਠਾਨਕੋਟ ਦੇ ਵਿੱਚ 2 ਪੇਸ਼ੈਂਟ ਜਿਹੜੇ ਆ ਹੋਰ ਪੋਜ਼ਿਟਿਵ ਆਏ ਨੇ, ਜਿਹੜੇ ਕਿ ਐਕਚੁਅਲੀ ਜਲੰਧਰ ਗਏ ਸੀਗੇ। ਉੱਥੇ ਉਹਨਾਂ ਨੂੰ ਫੀਵਰ ਸੀਗਾ ਤੇ ਉਹਨਾਂ ਨੇ ਆਪਣੇ ਟੈਸਟ ਕਰਵਾਇਆ ਤਾਂ ਪੋਜ਼ਿਟਿਵ ਆਇਆ ਤੇ ਉੱਥੇ ਜਲੰਧਰ ਹੀ ਐਡਮਿਟ ਹੋਏ। ਹੁਣ ਸਾਡੇ ਕੋਲ ਟੋਟਲ 18 ਪੇਸ਼ੈਂਟ ਹੋ ਗਏ ਨੇ, ਜਿਨ੍ਹਾਂ ਤੋਂ ਵਿੱਚੋਂ ਕੱਲ੍ਹ ਅਸੀਂ ਇੱਕ ਪੇਸ਼ੈਂਟ ਜਿਹੜਾ ਉਹਨੂੰ ਅਸੀਂ ਅੰਮ੍ਰਿਤਸਰ ਰੈਫਰ ਕੀਤਾ ਕਿਉਂਕਿ ਉਹਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ ਔਰ ਉੱਥੇ ਇਸ ਲਈ ਮੈਡੀਕਲ ਕਾਲਜ ਨੂੰ ਭੇਜਣਾ ਪਿਆ। ਬਾਕੀ 2 ਸਾਡੇ ਜਿਹੜੇ ਉਹ ਜਲੰਧਰ ਐਡਮਿਟ ਨੇ ਤੇ ਬਾਕੀ ਜਿਹੜੇ ਸਾਡੇ ਇੱਥੇ ਪਠਾਨਕੋਟ 'ਚ। ਟੋਟਲ ਸਾਡੇ ਕੋਲ ਐਕਟਿਵ ਕੇਸਿਸ ਆ ਜਿਹੜੇ 18 ਹੈਗੇ ਨੇ ਇਸ ਟਾਈਮ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। Ashoka Tandoori Range. Enjoy the Indian taste. Ashoka Tandoori Range. Enjoy the Indian taste. ਅਜਨਾਲਾ ਦੇ ਰਮਦਾਸ 'ਚ ਬਾਬਾ ਬੁੱਢਾ ਸਾਹਿਬ ਦੇ ਦਰਬਾਰ ਤੇ ਨਤਮਸਤਕ ਹੋਣ ਆਏ ਅਕਾਲੀ ਦਲ ਦੇ ਸਾਬਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਬੋਨੀ ਨੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਰੋਨਾ ਦੇ ਕਾਰਨ ਨਹੀਂ, ਕਾਂਗਰਸ ਦੀ ਲੁੱਟ ਦੇ ਕਾਰਨ ਜ਼ਰੂਰ ਪ੍ਰਭਾਵਿਤ ਹੋਏ ਨੇ। ਉੱਥੇ ਹੀ ਇਸ ਮੌਕੇ ਬੋਨੀ ਨੇ ਸਮਰਥਕਾਂ ਸਮੇਤ ਸੋਸ਼ਲ ਡਿਸਟੈਂਸਿੰਗ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ, ਜਿਸ ਵਿੱਚ ਕਾਫੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਬੋਨੀ ਨੇ ਤਸਵੀਰਾਂ ਖਿਚਵਾਈਆਂ। ਉੱਥੇ ਹੀ ਕਈ ਸਵਾਲ ਵੀ ਖੜੇ ਹੁੰਦੇ ਨੇ ਕਿ ਸਰਕਾਰ ਸਿਰਫ ਗਰੀਬਾਂ ਲਈ ਨਿਰਦੇਸ਼ ਜਾਰੀ ਕਰਦੀ ਹੈ ਤਾਂ ਅਜਿਹੇ ਲੀਡਰਾਂ ਨੂੰ ਕਿਉਂ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਿੱਤੀਆਂ ਜਾਂਦੀਆਂ ਨੇ। ਬ੍ਰਹਮਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਸੰਗਤ ਦੇ ਨਾਲ ਤੇ ਉਹਨਾਂ ਤੋਂ ਅਰਦਾਸ
ਬੇਨਤੀਆਂ ਜੋਦੜੀਆਂ ਕਰਨ ਆਏ ਹਾਂ ਕਿ ਧੰਨਵਾਦ ਵੀ ਕਰਨ ਆਏ ਹਾਂ ਕਿ ਤੁਸੀਂ ਨਾਲੇ ਕਸਬੇ ਨੂੰ ਸਮੁੱਚੇ ਵਿਸ਼ਵ ਨੂੰ ਇਸ ਜਿਹੜੀ ਮਹਾਂਮਾਰੀ ਹੈ ਉਹ ਤੋਂ ਬਚਾ ਕੇ ਰੱਖਿਆ ਆ। ਖਾਸ ਕਰਕੇ ਨਾਲੇ ਹਲਕੇ ਨੂੰ ਜਿਨ੍ਹਾਂ ਨੂੰ ਤੱਤੀ ਵਾੜ ਨਹੀਂ ਲੱਗਣ ਦਿੱਤੀ। ਇਹ ਜਿਹੜਾ ਮੁੱਦਾ ਆ ਇਸ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਜਿਹੜਾ ਜ਼ਿਮੀਂਦਾਰਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਆ, ਜਿਹੜਾ PR 128 ਤੇ PR 129 ਜਿਹੜਾ ਬੀਜ ਆ, ਜਿਹੜਾ ਉਹਦੇ 'ਚ ਸਰਕਾਰ ਨੇ 2 ਹੱਥੀ ਨਹੀਂ ਚੌਂ ਹੱਥੀ ਕਰਕੇ ਲੁੱਟਿਆ ਜ਼ਿਮੀਂਦਾਰਾਂ ਨੂੰ ਬੀਜ ਦੇ ਘਪੜੇ 'ਚ। ਕੱਲ੍ਹ ਮੈਂਬਰ ਸਾਹਿਬ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਦੇ ਹੁਕਮਾਂ ਨਾਲ ਉਹਨਾਂ ਦੀ ਅਗਵਾਈ 'ਚ ਹਰ ਡਿਸਟ੍ਰਿਕਟ ਹੈੱਡਕੁਆਟਰ ਦੇ ਅਸੀਂ ਮੈਮੋਰੈਂਡਮ ਵੀ ਦਿੱਤੇ ਆ। ਉਹ ਅਸੀਂ ਚਾਹੁੰਦੇ ਕਿ ਜ਼ਿਮੀਂਦਾਰਾਂ ਨੂੰ ਇਹਦੇ ਤੋਂ ਇਹ ਜਿਹੜਾ ਇਹਨਾਂ ਨੇ ਜ਼ਿਮੀਂਦਾਰਾਂ ਅੱਗੇ ਜ਼ਿਮੀਂਦਾਰ ਬੋਝ ਥੱਲੇ ਦੱਬੇ ਪਏ, ਲੋਕ ਗੁੰਮਰਾਹ ਕਰਦੇ ਪਏ ਨੇ, ਅਤੇ ਉਹਦਾ ਜਿਹੜਾ ਮੈਮੋਰੈਂਡਮ ਹੈ ਉਹ ਰਾਜਪਾਲ ਨੂੰ ਦੇਣ ਲਈ ਸਾਰੇ ਕੱਲ੍ਹ ਉੱਥੇ ਦੇ ਕੇ ਆਏ ਹਾਂ। ਅਸੀਂ ਚਾਹੁੰਦੇ ਜੋ ਬਣਦੀ ਸਜ਼ਾ ਆ ਕਾਨੂੰਨ ਮੁਤਾਬਕ ਲਾਅ ਨਾਲ ਉਹ ਹੋਣੀ ਚਾਹੀਦੀ ਹੈ। ਦੂਸਰਾ, ਇਸ ਕਾਂਗਰਸ ਸਰਕਾਰ ਦਾ ਇੱਕ ਹੋਰ ਪਿੱਟ ਸਿਆਪਾ ਹੋਣ ਜਾ ਰਿਹਾ ਆ, ਇਹਨਾਂ ਦੀ ਨਲਾਇਕੀ ਹੋਣ ਇੱਕ ਹੋਰ ਹੋਣ ਜਾ ਰਹੀ ਆ। ਇਹ ਫਿਰ ਬਿੱਲ ਲਾ ਦੇਣ ਲੱਗੇ ਬੰਬੀਆਂ ਦੇ ਮੀਟਰ ਲਾ ਕੇ, ਉਹਨਾਂ ਦੇ ਬਿੱਲ ਜਿਹੜੇ ਜ਼ਿਮੀਂਦਾਰ ਦੇ ਅੱਗੇ ਮਰੇ ਪਏ ਆ। ਪਿਛਲੀ ਕੈਬਨਿਟ ਮੀਟਿੰਗ 'ਚ ਇਹਨਾਂ ਨੇ ਬੇਸਿਕਲੀ ਸਮਝ ਲਓ ਤੀਰ ਛੱਡਤਾ ਆ, ਕਾਗਜ਼ਾਂ ਤੀਰ ਛੱਡਿਆ ਗਿਆ। ਇਹ ਸਿਰਫ ਬਹਾਨੇਬਾਜ਼ੀ, ਪਤਾ ਨਹੀਂ ਅੱਜ ਭਲਕੇ ਗੱਲ ਅਨਾਊਂਸਮੈਂਟ ਹੋਣ ਵਾਲੀ ਆ ਕੈਬਨਿਟ 'ਚ, ਇਹਨਾਂ ਨੇ ਏਜੰਡੇ 'ਚ ਕਲੀਅਰ ਕਰਤਾ ਕਿ ਬੰਬੀਆਂ ਦੇ ਬਿੱਲ ਲੱਗਣੇ। ਤੀਸਰਾ, ਆ ਜਿਹੜੇ ਰਾਸ਼ਨ ਦਾ ਘਟਾਲਾ ਆ ਜਿਹੜਾ ਸੈਂਟਰ ਸਰਕਾਰ ਤੋਂ ਆਇਆ ਆ, ਉਹ ਘਟਾਲਾ ਇੰਨਾ ਜ਼ਬਰਦਸਤ ਆ ਕਿ ਸਿਰਫ 1% ਉਹ ਰਾਸ਼ਨ ਗਰੀਬਾਂ ਨੂੰ ਵੰਡਿਆ ਗਿਆ। 99% ਰਾਸ਼ਨ ਅਜੇ ਤੱਕ ਪਹੁੰਚ ਹੀ ਨਹੀਂ ਕੀਤੀ ਕੋਈ ਸੂਬੇ ਪੰਜਾਬ ਦੇ ਵਿੱਚ। ਜਿਹੜਾ ਸੈਂਟਰ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ, ਜਿਹੜੇ ਹਿੰਦੁਸਤਾਨ ਦੇ ਖੁਰਾਕ ਮੰਤਰੀ ਨੇ ਆਪਣੇ ਪਾਸਵਾਨ ਸਾਹਿਬ, ਜਿਨ੍ਹਾਂ ਨੇ ਹਰ ਸੂਬੇ ਦੀ ਵੱਖਰੀ ਐਲੋਕੇਸ਼ਨ ਕੀਤੀ ਹੈ, ਜਿਹੜੀ ਪੰਜਾਬ ਸੂਬੇ ਦੀ ਐਲੋਕੇਸ਼ਨ ਆ ਉਹਦਾ 1% ਨਹੀਂ ਵੰਡਿਆ, ਬਾਕੀ ਪਤਾ ਨਹੀਂ ਖਾ ਗਏ ਆ, ਰੋੜ ਗਏ ਆ, ਵੇਚ ਗਏ ਆ, ਦੱਬ ਗਏ ਆ। ਮੈਂ ਤਾਂ ਇੱਕ ਚਾਹਾਂਗਾ ਆਪਣੇ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ CBI ਦੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਬ੍ਰਿਜ ਮੋਹਨ ਦੀ ਅਗਵਾਈ 'ਚ ਬਾਰ ਦੇ ਸਮੂਹ ਐਡਵੋਕੇਟ ਮੈਂਬਰਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਗਈ ਕਿ ਲੋਕਾਂ ਨੂੰ ਇਨਸਾਫ ਦੇਣ ਲਈ ਅਦਾਲਤਾਂ ਦੇ ਬੂਹੇ ਵੀ ਖੋਲ੍ਹੇ ਜਾਣੇ ਚਾਹੀਦੇ ਨੇ। ਉਹਨਾਂ ਮੰਗ ਕੀਤੀ ਹੈ ਕਿ ਅਦਾਲਤਾਂ ਵੀ ਹਫ਼ਤੇ ਵਿੱਚ 2 ਜਾਂ 3 ਦਿਨ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦਾ ਇਨਸਾਫ ਲੈਣ ਲਈ ਲੋਕ ਖੱਜਲ ਖੁਆਰ ਨਾ ਹੋਣ ਅਤੇ ਸਮੇਂ ਸਿਰ ਆਪਣਾ ਇਨਸਾਫ ਪ੍ਰਾਪਤ ਕਰ ਸਕਣ। ਉਪਰੰਤ ਉਹਨਾਂ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਦੀਆਂ ਵੱਖ-ਵੱਖ ਕਮੇਟੀਆਂ ਦੇ ਮੀਟਿੰਗ ਵਿੱਚ ਪਹੁੰਚੇ 2 ਮੈਂਬਰਾਂ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ। ਪੱਤਰਕਾਰ ਸਾਹਿਬਾਨ ਨੂੰ ਬੇਨਤੀ ਕਰਨ ਵਾਸਤੇ ਅੱਜ ਅਸੀਂ ਇਕੱਤਰਤ ਹੋਏ ਹਾਂ, ਜਿਸ ਵਿੱਚ ਬਾਰ ਐਸੋਸੀਏਸ਼ਨ ਅਜਨਾਲਾ ਦੇ ਸਾਰੇ ਸੀਨੀਅਰ ਐਡਵੋਕੇਟ ਸਾਹਿਬ ਵੀ ਸ਼ਾਮਲ ਹੋਏ ਨੇ, ਕਿਉਂਕਿ ਅਸੀਂ ਪਹਿਲੇ ਇਹ ਡਿਸਕਸ ਕੀਤਾ ਕਿ ਜੋ ਵੀ ਮੈਂ ਬਾਰ ਐਸੋਸੀਏਸ਼ਨ ਅਜਨਾਲਾ ਦਾ ਪ੍ਰੈਜ਼ੀਡੈਂਟ ਹਾਂ ਔਰ ਮੇਰੇ ਨਾਲ ਸਾਰੇ ਤਕਰੀਬਨ ਸੀਨੀਅਰ ਐਡਵੋਕੇਟਸ ਬੈਠੇ ਨੇ, ਸਾਡੇ ਸੈਕਟਰੀ ਸਾਹਿਬ ਬੈਠੇ ਨੇ, ਸਾਡੇ ਵਾਈਸ ਪ੍ਰਧਾਨ ਜੀ ਬੈਠੇ ਨੇ, ਐਗਜ਼ੈਕਟਿਵ ਮੈਂਬਰ ਬੈਠੇ ਨੇ। ਉਹਨਾਂ ਸਾਰਿਆਂ ਨੇ ਇੱਕ ਸਲਾਹ ਹੋ ਕੇ ਇਹ ਫੈਸਲਾ ਕੀਤਾ ਵਾ ਕੋਰਟਸ ਦਾ ਕੰਮ ਐਜ਼ ਸੂਨ ਐਜ਼ ਪੋਸੀਬਲ ਇਹ ਚਾਲੂ ਹੋ ਜਾਣਾ ਚਾਹੀਦਾ, ਕਿਉਂਕਿ ਸਾਰੇ ਸਰਕਾਰੀ ਅਦਾਰਿਆਂ ਦੇ ਕੰਮ ਸ਼ੁਰੂ ਹੋ ਚੁੱਕੇ ਨੇ, ਬਿਜ਼ਨਸ ਸ਼ੁਰੂ ਹੋ ਚੁੱਕੇ ਨੇ। ਉਸ ਦੇ ਵਿੱਚ ਜਦੋਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਅਨਜਸਟਿਸ ਵੀ ਹੁੰਦਾ। ਉਸ ਅਨਜਸਟਿਸ ਨੂੰ ਖਤਮ ਕਰਨ ਲਈ ਹਰ ਆਦਮੀ ਨੂੰ ਜੋ ਜਸਟਿਸ ਲੈਣਾ ਚਾਹੁੰਦਾ ਇੱਕੋ ਚੀਜ਼ ਤੋਂ ਉਮੀਦ ਹੁੰਦੀ ਹੈ, ਉਹ ਹੈ ਜਿਹਨੂੰ ਅਸੀਂ ਜੁਡੀਸ਼ੀਅਲ ਪ੍ਰੋਸੈਸ ਕਹਿੰਦੇ ਹਾਂ। ਉਹ ਜੁਡੀਸ਼ੀਅਲ ਪ੍ਰੋਸੈਸ ਜਿੰਨੀ ਦੇਰ ਪੂਰੀ ਤਰ੍ਹਾਂ ਨਹੀਂ ਚਾਲੂ ਹੁੰਦਾ ਉਨੀ ਦੇਰ ਲੋਕਾਂ ਨੂੰ ਇਨਸਾਫ ਮਿਲਣਾ ਮੁਸ਼ਕਿਲ ਨਹੀਂ, ਨਾਮੁਮਕਿਨ ਹੈ। ਆਮ ਤੌਰ 'ਤੇ ਵੇਖਣ 'ਚ ਆਇਆ ਲਾਕਡਾਊਨ ਦੇ ਦੌਰਾਨ, ਇੱਕ ਮਿਸਾਲ ਦੇਣ ਲੱਗਾ, ਲਾਕਡਾਊਨ ਦੇ ਦੌਰਾਨ ਡੋਮੈਸਟਿਕ ਵਾਇਲੈਂਸ 'ਤੇ ਵੀ ਬਹੁਤ ਸਾਰੇ ਕੇਸ ਆਏ ਨੇ। ਕਈ ਜਗ੍ਹਾ 'ਤੇ ਸਰਕਾਰੀ ਤੌਰ ਦੇ ਉੱਤੇ ਦਬਾਅ ਦੇ ਤਹਿਤ ਤਸ਼ੱਦਦ ਦੇ ਕੇਸ ਵੀ ਸਾਹਮਣੇ ਆਏ ਨੇ, ਸਾਰੇ ਜਾਣਕਾਰੀ ਰੱਖਦੇ ਨੇ। ਲੇਕਿਨ ਕਿਉਂਕਿ ਜੁਡੀਸ਼ੀਅਲ ਸਿਸਟਮ ਦਾ ਇਹ ਫਰਜ਼ ਹੈ ਕਿ ਸਾਰਿਆਂ ਨੂੰ ਜਸਟਿਸ ਦੇਵੇ ਔਰ ਸਾਰੇ ਲੋਕਾਂ ਨੂੰ, ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਅਗਰ ਕਿਸੇ ਚੀਜ਼ 'ਤੇ ਵਿਸ਼ਵਾਸ ਹੈ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਜੁਡੀਸ਼ੀਅਲ ਸਿਸਟਮ ਦੇ ਉੱਤੇ ਵਿਸ਼ਵਾਸ ਹੈ। ਜੋ ਅਨਜਸਟਿਸ ਇਸ ਸਮੇਂ ਦੇ ਦੌਰਾਨ ਹੋ ਰਹੇ ਨੇ ਉਹਦੇ ਵਿੱਚ ਵੀ ਲੋਕਾਂ ਨੂੰ ਇਨਸਾਫ ਦੇਣਾ ਉਨਾ ਹੀ ਜ਼ਰੂਰੀ ਹੈ, ਬਲਕਿ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਜੋ ਸਰਕਾਰੀ ਅਦਾਰਿਆਂ ਦੇ ਵਿੱਚ, ਆਮ ਪਬਲਿਕ ਦੇ ਵਿੱਚ ਜ਼ੋਰਾਵਰ ਆਦਮੀ ਗਰੀਬ ਦੇ ਨਾਲ ਧੱਕਾ ਕਰ ਰਹੇ ਨੇ, ਉਹਨਾਂ ਨੂੰ ਵੀ ਜਸਟਿਸ ਮਿਲਣਾ ਬਹੁਤ ਜ਼ਰੂਰੀ ਹੈ। ਇਸ ਲਈ ਜੁਡੀਸ਼ੀਅਲ ਸਿਸਟਮ ਨੂੰ ਕੋਵਿਡ-19 ਦੀਆਂ ਇੰਸਟਰਕਸ਼ਨਸ ਫਾਲੋ ਕਰਦੇ ਹੋਏ
ਪ੍ਰੋਸੈਸ ਨੂੰ ਚਲਾਉਣਾ ਚਾਹੀਦਾ ਹੈ। ਜੇ ਕੋਰਟ ਬੰਦ ਕੀਤੇ ਨੂੰ 2 ਮਹੀਨੇ ਤੋਂ ਵੱਧ ਅਰਸਾ ਹੋ ਚੁੱਕਾ ਹੈ, ਸੋ ਹੁਣ ਵੇਲਾ ਹੈ ਕਿ ਅਸੀਂ ਨਿਯਮਾਂ ਦੇ ਤਹਿਤ, ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਨਿਯਮਾਂ ਨੂੰ ਛਿੱਕੇ ਟੰਗ ਕੇ ਜਾਂ ਕਿਸੇ ਆਮ ਵਕੀਲਾਂ ਜਾਂ ਆਮ ਜਨਰਲ ਪਬਲਿਕ ਨੂੰ ਦੁਬਿਧਾ 'ਚ ਪਾ ਕੇ ਕਿਸੇ ਤਰ੍ਹਾਂ ਦਾ ਕਿਸੇ ਪਬਲਿਕ ਨੂੰ ਨੁਕਸਾਨ ਹੋਵੇ। ਨਿਯਮਾਂ ਦੇ ਤਹਿਤ ਜੋ ਕੋਵਿਡ-19 ਦੇ PGI ਨੇ ਜਾਂ ਸਰਕਾਰ ਦੇ ਇੰਸਟਰਕਸ਼ਨਾਂ ਸੀ, ਉਹਨਾਂ ਦੇ ਮੱਦੇਨਜ਼ਰ ਕੋਰਟਾਂ ਨੂੰ ਖੋਲ੍ਹਿਆ ਜਾਵੇ, ਕਿਉਂਕਿ ਕਿਤੇ ਨਾ ਕਿਤੇ ਇਹ ਦੇਖਣ ਵਿੱਚ ਆ ਰਿਹਾ ਕਿ ਜਿੱਥੇ ਆਮ ਜਨਰਲ ਪਬਲਿਕ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਸਰਕਾਰਾਂ ਦਾ ਐਂਡ ਜੱਜੀ ਸਾਹਿਬਾਨ ਵੀ ਇਹ ਕਿਤੇ ਨਾ ਕਿਤੇ ਮਹਿਸੂਸ ਕਰਦੇ ਨੇ ਕਿ ਜੁਡੀਸ਼ੀਅਲ ਸਿਸਟਮ ਨੂੰ ਬਹੁਤ ਵੱਡਾ ਘਾਟਾ ਹੋ ਰਿਹਾ ਹੈ। ਅਸੀਂ ਅੱਜ ਸਾਰਿਆਂ ਨੇ ਸਾਡੇ ਪ੍ਰਧਾਨ ਜੀ BM ਮੌਲ ਜੀ ਦੀ ਪ੍ਰਧਾਨਗੀ 'ਚ ਇੱਥੇ ਬਹਿ ਕੇ ਇਹ ਮਤਾ ਪਾਸ ਕੀਤਾ, ਕਿਉਂਕਿ 2 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ, ਸਾਰਾ ਕੁਝ ਜਿਹੜਾ ਉਹ ਬੰਦ ਪਿਆ ਹੈ। ਹੁਣ ਸਰਕਾਰ ਦੀਆਂ ਗਾਈਡਲਾਈਨਸ ਮੁਤਾਬਕ ਹੌਲੀ ਹੌਲੀ ਸਾਰੇ ਡਿਪਾਰਟਮੈਂਟ ਖੁੱਲ੍ਹ ਰਹੇ ਨੇ ਤੇ ਅਸੀਂ ਇਹ ਸਾਰਿਆਂ ਨੇ ਫੈਸਲਾ ਕੀਤਾ ਔਰ ਇਹ ਸਾਡੀ ਗੁਜ਼ਾਰਿਸ਼ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ, ਸੁਪਰੀਮ ਕੋਰਟ ਦੇ ਚੀਫ ਜਸਟਿਸ, ਬਾਰ ਕੌਂਸਲ ਆਫ ਇੰਡੀਆ, ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਵੀ ਇਹ ਜਿਹੜਾ ਹੁਣ ਜਿਸ ਤਰ੍ਹਾਂ ਕੋਵਿਡ-19 ਦੀਆਂ ਜੋ ਇੰਸਟਰਕਸ਼ਨ ਦੇ ਮੁਤਾਬਕ ਜੋ ਉਹਨਾਂ ਨੇ ਸਾਨੂੰ ਆਖਿਆ ਨਿਯਮਾਂ ਤਹਿਤ, ਉਹਦੇ ਮੁਤਾਬਕ ਇਹ ਜਿਹੜੀਆਂ ਕੋਰਟਸ ਨੇ ਇਹ ਵੀ ਖੋਲ੍ਹ ਦਿੱਤੀਆਂ ਜਾਣ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਗਾਉਣ ਦੀ ਤਿਆਰੀ ਕਰ ਰਹੀ ਪੰਜਾਬ ਸਰਕਾਰ ਖਿਲਾਫ ਅੱਜ ਨੂਰਪੁਰ ਬੇਦੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਅਕਾਲੀ ਦਲ ਦੇ ਆਗੂਆਂ ਤੇ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਗਾਉਣ ਦੀ ਤਿਆਰੀ ਕਰ ਰਹੀ ਪੰਜਾਬ ਸਰਕਾਰ ਦੇ ਇਸ ਸੁਪਨੇ ਨੂੰ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਮੋਟਰਾਂ ਦੇ ਬਿੱਲ ਅਕਾਲੀ ਸਰਕਾਰ ਨੇ ਜਦੋਂ ਵੀ ਆਈ ਆ ਮਾਫ ਕੀਤੇ ਆ, ਔਰ ਜਦੋਂ ਵੀ ਕਾਂਗਰਸ ਦੀ ਸਰਕਾਰ ਆਉਂਦੀ ਹੈ ਇਹ ਮੁੱਦਾ ਚੁੱਕ ਕੇ ਜ਼ਿਮੀਂਦਾਰਾਂ ਦੇ ਮੋਟਰਾਂ ਦੇ ਬਿੱਲ ਲਾ ਦਿੰਦੀ ਹੈ। ਹੁਣ ਇਹਨਾਂ ਨੇ ਫਿਰ ਕੈਬਨਿਟ ਦੇ ਵਿੱਚ ਮਤਾ ਪਾਸ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਾਗੂ ਕੀਤੇ ਜਾਣਗੇ, ਜਦ ਕਿ ਕਿਸਾਨੀ ਦਾ ਲੱਕ ਟੁੱਟ ਚੁੱਕਿਆ। ਹਰ ਪਾਸਿਓਂ ਕਿਸੇ ਪਾਸਿਓਂ ਵੀ ਸਾਨੂੰ ਰਾਹਤ ਨਹੀਂ ਦਿੱਤੀ ਜਾ ਰਹੀ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ, ਕਾਂਗਰਸ ਸਰਕਾਰ ਵੱਲੋਂ। ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਤੇ ਕਰਦੇ ਰਹਾਂਗੇ। ਅਸੀਂ ਇਹ ਬਿੱਲ ਨਹੀਂ ਲੱਗਣ ਦੇਵਾਂਗੇ, ਸਾਨੂੰ ਜਿੱਥੇ ਤੱਕ ਵੀ ਜਾਣਾ ਪਵੇ ਧਰਨੇ ਵੀ ਦੇਵਾਂਗੇ, ਅਸੀਂ ਇਹ ਬਿੱਲ ਨਹੀਂ ਲੱਗਣ ਦੇਵਾਂਗੇ। ਇਹ ਸਗੋਂ ਕੱਲ ਨੂੰ ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਵੀ ਬੁਲਾਈ ਹੈ ਸਾਡੇ ਸੀਨੀਅਰ ਅਕਾਲੀ ਦਲ ਨੇ, ਉੱਥੇ ਜਾ ਕੇ ਵੀ ਅਸੀਂ ਇਹ ਵਿਰੋਧ ਆਪਣਾ ਉੱਥੇ ਰੱਖਾਂਗੇ। ਮਾੜੇ ਜ਼ਿਮੀਂਦਾਰ ਹਰੇਕ ਪੱਖੋਂ ਮਰ ਰਿਹਾ ਹੈ। ਇਹਨਾਂ ਨੇ ਕਰਜ਼ੇ ਦਾ ਐਲਾਨ ਕੀਤਾ ਤਾਂ ਕੋਈ ਕਰਜ਼ਾ ਨਹੀਂ ਮਾਫ ਹੋਇਆ। ਆੜ੍ਹਤੀਆਂ ਕੋਲ ਜ਼ਿਮੀਂਦਾਰ ਫਸਿਆ ਪਿਆ। ਆਏ ਨਵੇਂ ਬਿੱਲ ਲਾ ਕੇ ਕਿਸਾਨ ਨੂੰ ਹੋਰ ਮਾਰਨ ਜਾ ਰਹੀ ਹੈ ਸਰਕਾਰ। ਇਹ ਸਰਕਾਰ ਇਹ ਕਿਸਾਨਾਂ ਪ੍ਰਤੀ ਬਹੁਤ ਮਾਰੂ ਹੈ। ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ। 18 ਮਈ ਨੂੰ ਅੰਮ੍ਰਿਤਸਰ ਦੇ ਵਾਲਮੀਕ ਤੀਰਥ ਵਿੱਚ 2 ਔਰਤਾਂ ਨੂੰ ਬੰਦੀ ਬਣਾ ਕੇ ਜਬਰ ਜਨਾਹ ਮਾਮਲੇ ਵਿੱਚ ਇੱਕ ਹੋਰ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਮੁਤਾਬਕ ਗਦੀਨਸ਼ੀਨ ਗਿਰਦਾਰੀ ਨਾਥ ਵੱਲੋਂ ਗੱਦੀ ਹਥਿਆਉਣ ਲਈ ਬਟਾਲਾ ਦੀਆਂ 2 ਔਰਤਾਂ ਨੂੰ ਬਲੈਕਮੇਲ ਕਰਕੇ ਉਹਨਾਂ ਨੂੰ ਡੇਰਾ ਮੁਖੀ ਅਤੇ ਉਸਦੇ ਸਾਥੀਆਂ ਉੱਤੇ ਘਿਨਾਉਣੇ ਇਲਜ਼ਾਮ ਲਗਾਏ ਸਨ, ਜਿਸ ਉੱਤੇ ਪੁਲਿਸ ਨੇ ਗਿਰਦਾਰੀ ਨਾਥ ਅਤੇ ਵਰਿੰਦਰ ਨਾਥ ਨੂੰ ਗ੍ਰਿਫਤਾਰ ਕਰ ਲਿਆ ਸੀ। ਗੱਦੀ ਲਈ ਦੋਨਾਂ ਔਰਤਾਂ ਨੂੰ ਨਾ ਸਿਰਫ 5-5 ਲੱਖ ਦੇਣ ਦਾ ਲਾਲਚ ਦਿੱਤਾ ਗਿਆ ਸੀ, ਸਗੋਂ ਉਹਨਾਂ ਦੇ ਨਾਬਾਲਿਗ ਬੇਟੇ ਨੂੰ ਵੀ ਅਗਵਾ ਕਰਕੇ ਬੰਦੀ ਬਣਾਇਆ ਰੱਖਿਆ ਸੀ, ਜਿਸ ਨੂੰ ਪੁਲਿਸ ਨੇ ਪਿੰਡ ਮੁਦਲ ਤੋਂ ਤੀਰਥ ਸਿੰਘ ਦੇ ਘਰ ਤੋਂ ਬਰਾਮਦ ਕੀਤਾ ਹੈ। ਪੁਲਿਸ ਨੇ ਇਹ ਘਿਨਾਉਣੀ ਸਾਜ਼ਿਸ਼ ਰਚਣ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਤਲਾਸ਼ ਜਾਰੀ ਹੈ। ਵਿਕੇ ਸਤ ਗਿਰਦਾਰੀ ਨਾਥ ਜੀ ਤੇ ਇੱਕ ਝੂਠਾ ਪਰਚਾ ਦਰਜ ਕਰਾਈ ਕੋਈ ਸ਼ਰਾਰਤੀ ਲੋਕਾਂ ਨੇ। ਅੱਜ ਉਹਦਾ ਪਰਦਾਫਾਸ਼ ਹੋ ਗਿਆ। ਅਸੀਂ ਧੰਨਵਾਦ ਕਰਦੇ ਹਾਂ SSP ਮਜੀਠਾ ਪੁਲਿਸ ਦਾ, ਭੈਣ ਅਮਰਜੀਤ ਕੌਰ ਹੈਡਕੁਆਟਰ ਦਾ, ਜਿਨ੍ਹਾਂ ਨੇ ਸਾਰੀ ਇਨਕੁਆਇਰੀ ਕਰਕੇ ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਕਰਕੇ ਉਹਨਾਂ ਨੂੰ ਦੋਸ਼ ਮੁਕਤ ਕੀਤਾ ਸੰਤ ਗਿਰਦਾਰੀ ਨਾਥ ਜੀ ਨੂੰ, ਤੇ ਨਾਲ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਇਹ ਸਾਜ਼ਿਸ਼ ਰਚ ਕੇ ਇੱਕ ਝੂਠਾ ਪਰਚਾ ਕਰਵਾਇਆ ਸੀ, ਉਹ 2 ਲੜਕੀਆਂ ਨੂੰ ਪੈਸੇ ਦਾ ਲਾਲਚ ਦੇ ਕੇ ਉਹਨਾਂ ਦਾ ਬੱਚਾ ਕਿਡਨੈਪ ਕਰਕੇ ਅੱਜ ਪਰਦਾਫਾਸ਼ ਹੋ ਗਿਆ। ਬਿਆਨ ਦਿੱਤੇ ਮਾਨਯੋਗ JMIC ਅਜਨਾਲਾ ਸ਼੍ਰੀ ਸ਼ਿੰਕੂ ਕੁਮਾਰ ਜੀ ਦੀ ਕੋਰਟ ਵਿੱਚ ਜੋ ਬਿਆਨ ਦਿੱਤੇ ਤੇ ਜੋ ਮੈਡੀਕਲ ਰਿਪੋਰਟਾਂ ਆਈਆਂ ਉਹਨਾਂ ਦੇ ਚਲਦੇ ਇਹ ਤੱਥ ਸਾਹਮਣੇ ਆਏ ਹੈ ਕਿ ਪੀੜਿਤ ਔਰਤਾਂ ਨੂੰ ਜ਼ਬਰਦਸਤੀ 5-6 ਲੋਕਾਂ ਨੇ ਇੱਕ ਸਾਜ਼ਿਸ਼ ਤਹਿਤ ਗੁੰਮਰਾਹ ਕਰਕੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਤੇ ਨਾਲ ਹੀ ਇਹਨਾਂ ਦੇ ਬੱਚਿਆਂ ਨੂੰ ਅਗਵਾ ਕਰਕੇ ਉਹਨਾਂ ਨੂੰ ਬੰਦੀ ਬਣਾ ਕੇ
ਇਹਨਾਂ ਤੋਂ ਜ਼ਬਰਦਸਤੀ ਇਹ ਜੋ ਇਲਜ਼ਾਮ ਲਗਾਏ ਗਏ ਡੇਰੇ ਉੱਪਰ, ਡੇਰੇ ਦੇ ਪੁਜਾਰੀਆਂ ਉੱਪਰ, ਡੇਰੇ ਦੇ ਬਾਬਾ ਗਿਰਧਾਰੀ ਨਾਥ ਉੱਪਰ, ਉਹ ਇਲਜ਼ਾਮਾਂ ਦਾ ਪਰਦਾਫਾਸ਼ ਇਹਨਾਂ ਨੇ ਕੀਤਾ ਹੈ। ਬਟਾਲਾ ਦੇ ਨਜ਼ਦੀਕ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਪ੍ਰਵਾਸੀ ਮਜ਼ਦੂਰ ਆਪਣੇ ਮੋਟਰਸਾਈਕਲ ਉੱਤੇ ਪਠਾਨਕੋਟ ਵੱਲ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਮੋਟਰਸਾਈਕਲ ਇੱਕ ਵਿਅਕਤੀ ਨਾਲ ਟਕਰਾ ਗਿਆ ਅਤੇ ਉਹ ਮੋਟਰਸਾਈਕਲ ਸਮੇਤ ਨੈਸ਼ਨਲ ਹਾਈਵੇ ਉੱਤੇ ਡਿੱਗ ਗਿਆ ਅਤੇ ਪਿੱਛੇ ਤੋਂ ਆ ਰਹੇ ਟਿੱਪਰ ਟਰੱਕ ਨੇ ਹੇਠਾਂ ਆਉਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ। ਪ੍ਰਵਾਸੀ ਮਜ਼ਦੂਰ ਵੀਰੂ ਨਿਵਾਸੀ ਬਿਹਾਰ ਦੇ ਇਟਾਵਾ ਦਾ ਰਹਿਣ ਵਾਲਾ ਸੀ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਚੌਂਕੀ ਆਪਣਾ ਦਿਆਲਗੜ੍ਹ ਜੀ ਆਪਣਾ ਡਿਊਟੀ ਕਰਦੇ ਜੀ। ਸਾਨੂੰ ਸਵੇਰੇ ਟੈਲੀਫੋਨ ਆਇਆ, ਇਤਲਾਹ ਆਈ ਆ ਵੀ ਉੱਥੇ ਇੱਕ ਟਰਾਲਾ ਡੈਡ ਆਪਣਾ ਮੋਟਰਸਾਈਕਲ ਤੇ ਸਵਾਰ ਜਿਹੜਾ ਬੰਦਾ ਜਾਣ ਰਿਹਾ ਸੀ, ਉਹਨਾਂ ਦੇ ਉੱਤੋਂ ਕੋਈ ਟਰਾਲਾ ਲੰਘ ਗਿਆ, ਡੈਡ ਬੋਡੀ ਅਸੀਂ ਲੈ ਗਏ 72 ਘੰਟਿਆਂ ਵਾਸਤੇ ਹਸਪੀਟਲ ਲਾਤੀ ਆ। ਤੇ ਗਾੜੀ ਜੋ ਇਹਨਾਂ ਦੇ ਪੇਰੈਂਟਸ ਮਿਲ ਗਏ ਅਜੇ ਤੱਕ ਮਿਲੇ ਨਹੀਂ, ਟੈਲੀਫੋਨ ਨਹੀਂ ਇਹਨਾਂ ਚੱਲ ਰਿਹਾ, ਉਹ ਲੱਗ ਹੋਇਆ ਸੀ, ਉਹ ਕਰਕੇ ਸਾਨੂੰ ਪ੍ਰੋਬਲਮ ਆਈ ਆ। ਤੇ ਜੋ ਵੀ ਆਪਣਾ ਪੇਰੈਂਟਸ ਨੂੰ ਉਹਨਾਂ ਨੂੰ ਇਤਲਾਹ ਦਿੱਤੀ ਜਾਊਗੀ। ਇਹ ਵੀਰੂ ਆ ਜੀ, ਪੁੱਤਰ ਪ੍ਰਕਾਸ਼ ਸਿੰਘ, ਪ੍ਰਕਾਸ਼ ਚੰਦ ਵਾਸੀ ਟਾਵਾ ਬਿਹਾਰ ਜੀ। ਐਕਸੀਡੈਂਟ ਸਾਈਕਲ ਗਾੜੀ ਜਾ ਰਿਹਾ ਸੀ, ਅੱਗੇ ਸਾਈਕਲ ਜਾ ਰਿਹਾ ਸੀ, ਇਹ ਸਾਈਕਲ 'ਚ ਵੱਜ ਕੇ ਡਿੱਪਿਆ ਵਾ। ਉਹ ਬਜ਼ੁਰਗ ਜਿਹੜਾ ਕੱਚੇ ਪਾਸੇ ਡਿੱਪਿਆ, ਇਹ ਰੋਡ ਵੱਲ ਨੂੰ ਡਿੱਪਿਆ ਵਾ ਤੇ ਮਗਰੋਂ ਟਰਾਲਾ ਤੇਜ਼ ਸਪੀਡ 'ਤੇ ਆ ਰਿਹਾ ਸੀ, ਉਹਦੇ ਨਾਲ ਇਹ ਉੱਤੋਂ ਸਿਰ ਦੇ ਤੋਂ ਟਰਾਲਾ ਲੰਘਿਆ ਜੀ, ਪਤਾ ਨਹੀਂ ਲੱਗਾ ਟਰਾਲੇ ਵਾਲਾ ਫਰਾਰ ਹੋ ਗਿਆ ਜੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਸੀਫੈਟ ਦੇ ਡਾਕਟਰਾਂ ਵੱਲੋਂ ਵੱਖ-ਵੱਖ 3 ਮਸ਼ੀਨਾਂ ਬਣਾਈਆਂ ਗਈਆਂ ਹਨ, ਜਿਸ ਰਾਹੀਂ ਤੁਸੀਂ ਆਪਣੀਆਂ ਫਲ ਸਬਜ਼ੀਆਂ ਨੂੰ ਬਿਨਾਂ ਹੱਥ ਲਗਾਏ ਪੂਰੀ ਤਰ੍ਹਾਂ ਕੀਟਾਣੂ ਮੁਕਤ ਕਰ ਸਕਦੇ ਹੋ, ਜਿਸ ਵਿੱਚ ਓਜ਼ੋਨ ਪੈਦਾ ਕਰਨ ਵਾਲੀ ਮਸ਼ੀਨ ਹੈ ਜੋ ਸਬਜ਼ੀਆਂ ਸਾਫ਼ ਕਰਦੀ ਹੈ। ਇਸ ਤੋਂ ਇਲਾਵਾ ਪੋਰਟੇਬਲ ਸਮਾਰਟ UVC डिसइनफैक्शन सिस्टम तैयार किया गया है और हैंड फ्री सैनिटाइजर मशीन भी बनाई गई है, जिस विच विश्व हैल्थ ऑर्गेनाइजेशन वालों दित्तियां हदायतां मुताबक ही सैनिटाइज की वरतों की जाती है, इत्थों तक कि इसनूं मेक इन इंडिया नाल जोड़ के नौजवानों नूं रोज़गार भी मुहैया करवाया जा सकता है। कोरोना दौरान बेरोज़गार होए नौजवानों नूं इस नाल रोज़गार के मौके भी पैदा हो सकते हैं। ਤੇ ਅਸੀਂ ਇੱਕ ਮਸ਼ੀਨ ਓਜੋਸੀ ਨਾਂ ਤੇ ਤਿਆਰ ਕੀਤੀ ਹੈ, ਜਿਹੜੀ ਕਿ ਓਜ਼ੋਨ ਬੇਸਡ ਟੈਕਨੋਲੋਜੀ ਤੇ ਕੰਮ ਕਰਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੋਵਿਡ ਦੇ ਦੌਰਾਨ ਫਲ ਅਤੇ ਸਬਜ਼ੀਆਂ ਨੂੰ ਅਸੀਂ ਘਰ 'ਚ ਲਿਆਉਣ 'ਚ ਬਹੁਤ ਡਰਦੇ ਹਾਂ, ਸਾਨੂੰ ਲੱਗਦਾ ਹੈ ਵੀ ਸਾਨੂੰ ਬਿਮਾਰੀ ਨਾ ਲੱਗ ਜਾਵੇ, ਤੇ ਅਸੀਂ ਜਦ ਵੀ ਲਿਆਉਂਦੇ ਹਾਂ ਉਹਨੂੰ ਅਸੀਂ ਘਰ ਤੋਂ ਬਾਹਰ ਜਾਂ ਗੱਡੀ 'ਚ ਹੀ ਛੱਡ ਦਿੰਦੇ ਹਾਂ। ਇਸ ਚੀਜ਼ ਨੂੰ ਧਿਆਨ ਦੇ ਰੱਖਦੇ ਹੋਏ ICAR CIFT ਨੇ ਇੱਕ ਨਵੀਂ ਕਾਰਡ ਕੱਢੀ ਹੈ ਓਜ਼ੋਨ ਸੀ ਬੇਸਡ ਟੈਕਨੋਲੋਜੀ ਤੇ ਇਹ ਮਸ਼ੀਨ ਬਹੁਤ ਹੀ ਕਾਰਗਰ ਹੈ। ਜਿਵੇਂ ਕਿ ਫਰੂਟਸ ਐਂਡ ਵੈਜੀਟੇਬਲ ਦੇ ਸਰਫੇਸ ਤੇ ਜਿਹੜੇ ਵੀ ਬੈਕਟੀਰੀਆ ਵਾਇਰਸਿਸ ਲੱਗੇ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰਨ ਲਈ ਇਹ 99% ਤੱਕ ਕਾਰਗਰ ਸਿੱਧ ਹੁੰਦੀ ਹੈ। ਕਹਿੰਦੇ ਵੀ ਕਰੋਨਾ ਵੀ ਹਟਾ ਸਕਦੀ ਹੈ ਸਬਜ਼ੀਆਂ। ਹਾਂਜੀ, ਕਰੋਨਾ ਵਰਗੇ ਵਾਇਰਸਿਸ ਨੂੰ ਵੀ ਇਹ ਚੱਕ ਸਕਦੀ ਹੈ। ਸਰ ਇਹਦੀ ਕਿੰਨੀ ਕੋਸਟ ਆਈ ਹੈ ਕਿ ਇਹਦੀ ਬਾਜ਼ਾਰ ਦੇ ਵਿੱਚ ਹੁਣ ਡਿਮਾਂਡ ਵਧਣ ਲੱਗੀ ਹੈ ਤੇ ਕਿੰਨੀ ਕੋਸਟ ਤੇ ਬਾਜ਼ਾਰ 'ਚ ਉਤਰੇਗੀ? ਹਾਂਜੀ, ਅਸੀਂ ਹੁਣ ਪ੍ਰੋਟੋਟਾਈਪ ਬਣਾਇਆ ਹੈ ਤਾਂ ਪ੍ਰੋਟੋਟਾਈਪ ਬਣਾਉਣ 'ਚ ਸਾਨੂੰ 3500 ਰੁਪਏ ਦਾ ਲਾਗਤ ਆਈ ਹੈ, ਪਰ ਜਦ ਅਸੀਂ ਇਹ ਟੈਕਨੋਲੋਜੀ ਕਿਸੇ ਨੂੰ ਦੇਵਾਂਗੇ ਬਾਹਰ ਜਾਊਗੀ ਤੇ ਇਹਦੀ कास्ट जी है मास प्रोडक्शन के दौरान बहुत घट जाएगी। और हमारी टीम ने ये पोर्टेबल स्मार्ट UVC डिसइंफेक्शन सिस्टम बनाया है, इसका हमने शॉर्ट में नाम UV रखा है। ये हमारी 5 लोगों की टीम ने मिलकर बनाया है ICAR CIFT में। और ये जो डिवाइस है ये 2 अल्ट्रावायलेट C टेक्नोलॉजी पे काम करती है, अल्ट्रावायलेट C डिसइंफेक्शन सिस्टम है ना। तो अल्ट्रावायलेट C जब बीम गिरती है बैक्टीरिया वायरसेस पे हमारे मोबाइल सरफेसेस, हमने इस पर 2 टारगेट रखे हैं। एक ड्रॉर अरेंजमेंट है जिसमें आप मोबाइल, पर्स, करेंसी नोट्स, अपने पेपर्स ये रख सकते हैं, ग्रॉसरी का जो पैकेजेस है वो रख सकते हैं, और आप ड्रॉर बंद करके कर देंगे तो 6 मिनट में ये आपको डिसइंफेक्ट करता है। इसका कॉस्ट लगभग 1500 रुपये है और हमने इसे अपने इंस्टीट्यूट में ही बनाया है। दूसरा अरेंजमेंट है हुड शेप अरेंजमेंट, जिसमें वो लगा दिया जाता है बाहर से हुड और आप उसको पोर्टेबली मूव कर सकते हैं, जो फिक्स आइटम है उस पर रख के डिसइंफेक्ट कर सकते हैं। तो हमने इसे E. coli पर टेस्ट किया है, जो फूड का एक बैक्टीरिया है, और वो 5 मिनट में डिसइंफेक्ट मतलब पूरी तरह से रिमूव हो जा रहा है। क्योंकि वो जो मैंने बनाया है वो टच फ्री ऑटोमेटिक हैंड सैनिटाइजर डिस्पेंसर है, और वो ऑटोमेटिक मीन्स विदाउट टच किए बिना वो सैनिटाइजर डिस्पेंस करता है और उसका इन्फेक्शन फैलने से रोका जा सकता है उसकी हेल्प से। और उसकी कॉस्ट है अराउंड 1500 तक हमने लगाया है लागत, और जो कंपनी बनाएगी वो 2-2.5 हज़ार तक बेच सकती है। सर WHO की तरफ से जो रिकमेंडेशंस हैं जो हमने सैनिटाइज यूज़ करना है उसके लिए आपने कैसे ध्यान रखा है? बिल्कुल, हमने इंस्ट्रक्शन मैनुअल बनाया है, उसमें सैनिटाइज़र की भी गाइडलाइंस दी है उनको कि वो 80% अल्कोहल होना चाहिए, और जो रिमेनिंग बाकी के कंपोजिशन सब WHO की गाइडलाइंस ही है।
और जो हम सैनिटाइज़र भी डिस्पेंस कर रहे हैं वो भी एक वन टाइम में 3 ml तक डिस्पेंस कर रहे हैं, ताकि, और उसमें इंस्ट्रक्शन ये भी लिखा है कि जब आप लेते हैं हाथ पे सैनिटाइज़र तो उसको 30 सेकेंड्स तक रब करना है, तभी जाके आपका हाथ पूरी तरह से डिसइंफेक्ट होगा। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਆਮ ਆਦਮੀ ਪਾਰਟੀ ਸਾਂਸਦ ਭਗਵੰਤ ਮਾਨ ਨੇ ਘੇਰੀ ਪੰਜਾਬ ਸਰਕਾਰ, ਕਿਹਾ ਕਿਸਾਨਾਂ ਨਾਲ ਪੰਜਾਬ ਸਰਕਾਰ ਕਰ ਰਹੀ ਹੈ ਧੋਖਾ। ਯੂਥ ਅਕਾਲੀ ਦਲ ਵੱਲੋਂ ਵੀ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ। ਟਿੱਡੀ ਦਲ ਕਾਰਨ ਪੰਜਾਬ ਦੇ ਕਿਸਾਨਾਂ 'ਚ ਵੀ ਡਰ ਦਾ ਮਾਹੌਲ। ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਟਿੱਡੀ ਦਲ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਹੈ ਬਿਲਕੁਲ ਤਿਆਰ। ਬੀਜ ਘੁਟਾਲੇ ਨੂੰ ਲੈ ਕੇ ਰੰਧਾਵਾ ਦੇ ਹੱਕ 'ਚ ਨਿਤਰੇ ਐਮਪੀ ਬਿੱਟੂ, ਅਕਾਲੀ ਆਗੂ ਮਜੀਠੀਆ ਨੂੰ ਦਿੱਤਾ ਚੰਗਾ ਜਵਾਬ। ਪਠਾਨਕੋਟ ਦੇ ਰਹਿਣ ਵਾਲੇ ਪਿਓ ਪੁੱਤ ਨਿਕਲੇ ਕੋਰੋਨਾ ਪੋਜ਼ਿਟਿਵ। ਸੂਬੇ 'ਚ ਹੁਣ ਤੱਕ ਕੁੱਲ ਕੇਸ ਹੋਏ 18। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Ashoka Tandoori Range. Enjoy the Indian taste.